ਹੈਲੋ। ਸੋ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਆਪਾਂ ਕੀ ਸ਼ੁਰੂ ਕਰਨ ਜਾ ਰਹੇ ਹਾਂ, ਰੀਜ਼ਨਿੰਗ। ਠੀਕ ਹੈ ਜੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਂਸਟੇਬਲ ਦਾ ਪੇਪਰ ਆ ਚੁੱਕਿਆ। ਇਹ ਸਾਰੇ ਪੰਜਾਬ ਦੇ ਪੇਪਰਾਂ ਲਈ ਜ਼ਰੂਰੀ ਹੋਊਗੀ, ਪਰ ਕਾਂਸਟੇਬਲ ਲਈ ਇਹ ਸਪੈਸ਼ਲ ਬਣਾਈ ਜਾ ਰਹੀ ਹੈ। ਠੀਕ ਹੈ। ਮੈਂ ਥੋੜਾ ਜ਼ਿਆਦਾ ਟਾਈਮ ਨਹੀਂ ਲਊਂਗਾ, ਤੁਸੀਂ YouTube ਤੋਂ ਦੇਖੋਗੇ ਬਹੁਤ ਕੁਝ ਪਿਆ, ਬਹੁਤ ਜ਼ਿਆਦਾ ਕੁਝ। ਇਹ ਇੱਕ ਪੇਡ ਬੈਚ ਹੋਊਗਾ ਜੀ। ਠੀਕ ਹੈ। ਜਿਹਦੇ ਵਿੱਚ ਕੁਝ ਵੀਡੀਓਜ਼ ਤੁਹਾਨੂੰ ਫ੍ਰੀ ਮਿਲਣਗੀਆਂ ਤੇ ਕੁਝ ਤੁਹਾਨੂੰ ਮਤਲਬ ਪੂਰੀ ਦੀ ਪੂਰੀਆਂ ਕੀ ਮਿਲਣਗੀਆਂ, ਪੇਡ ਮਿਲਣਗੀਆਂ। ਓਕੇ। ਸੋ ਇਹਦੇ ਵਿੱਚ ਮੈਂ ਤੁਹਾਨੂੰ ਦੋ ਚੀਜ਼ਾਂ ਕਹੂੰਗਾ। ਇੱਕ ਤਾਂ ਇਹਦੇ ਵਿੱਚ ਕਾਂਸਟੇਬਲ ਦੀ ਰੀਜ਼ਨਿੰਗ ਕੰਪਲੀਟ ਜ਼ੀਰੋ ਤੋਂ ਲੈ ਕੇ Z ਤੱਕ ਸਾਰੀ ਮੈਂ ਕਰਵਾਉਂਗਾ, ਪਲੱਸ ਤੁਹਾਨੂੰ ਪੰਜਾਬੀ। ਠੀਕ ਹੈ ਜੀ। ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ਦੇ ਵਿੱਚ ਪੇਪਰ ਹੋਊਗਾ। ਕਿਹਦੇ ਵਿੱਚ ਹੋਊਗਾ ਜੀ? ਅਗਸਤ ਦੇ ਵਿੱਚ ਪੇਪਰ ਹੋਊਗਾ। ਤੇ ਜੇ ਅਗਸਤ ਦੇ ਪਹਿਲੇ ਹਫਤੇ ਦੇ ਵਿੱਚ ਹੋਇਆ ਤਾਂ ਆ ਦੋਨੇ ਦੇ ਦੋਨੇ ਸਿਲੇਬਸ ਤੁਹਾਨੂੰ ਕੰਪਲੀਟ ਮਿਲਣਗੇ ਮੇਰੇ ਵੱਲੋਂ। ਠੀਕ ਹੈ ਜੀ। ਕਿਸੇ ਨੇ ਵੀ ਕੋਈ ਟੈਨਸ਼ਨ ਨਹੀਂ ਲੈਣੀ। ਬਹੁਤ ਮਟੀਰੀਅਲ YouTube ਤੇ ਪਿਆ IPC ਦੇ ਚੈਨਲ ਦੇ ਉੱਤੇ। ਤੇ ਇਹ ਜੋ ਬੈਚ ਹੋਊਗਾ ਇਹ ਪੂਰੇ ਦਾ ਪੂਰਾ ਪੇਡ ਹੋਊਗਾ। ਆ ਦੋ ਸਬਜੈਕਟ ਮੈਂ ਤੁਹਾਨੂੰ ਕਹਤੇ। ਜਿਹਨੇ ਵੀ ਇਹ ਕੋਰਸ ਲੈਣਾ ਹੋਵੇ ਉਹ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ। ਠੀਕ ਹੈ ਜੀ। ਇਹ ਸਿਰਫ ਆਨਲਾਈਨ ਹੀ ਹੋਊਗਾ। ਇਸ ਤੋਂ ਇਲਾਵਾ ਸਾਡੀ ਇਹ ਮੇਲ ਹੈ, ਇਹਦੇ ਉੱਤੇ ਸਾਨੂੰ ਕੋਈ ਵੀ ਆਪਣਾ ਸੁਝਾਅ ਐਡਵਾਈਸ ਦੇ ਸਕਦਾ ਹੈ। ਮੈਂ ਬਾਰ-ਬਾਰ ਕਹਿ ਰਿਹਾ, ਇਹ ਜਿਹੜਾ ਕਾਂਸਟੇਬਲ ਦਾ ਪੇਪਰ, ਪੰਜਾਬ ਕਾਂਸਟੇਬਲ 2023 ਦਾ ਪੇਪਰ ਹੈ, ਉਹਦੇ ਲਈ ਮੋਸਟ ਇੰਪੋਰਟੈਂਟ ਵੀਡੀਓਜ਼ ਨੇ। ਸੋ ਅੱਜ ਆਪਾਂ ਕਿਹਦੇ ਨਾਲ ਸਟਾਰਟ ਕਰਾਂਗੇ? ਡਾਇਰੈਕਸ਼ਨਸ ਦੇ ਨਾਲ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਬੇਸਿਕ ਦੱਸ ਦੇਣਾ ਚਾਹੁੰਦਾ ਕਿ ਆਪਣੇ ਕੋਲੇ ਕਿੰਨੀਆਂ ਦਿਸ਼ਾਵਾਂ ਹੁੰਦੀਆਂ ਨੇ। ਤਾਂ ਆਪਣੇ ਕੋਲੇ ਚਾਰ ਦਿਸ਼ਾਵਾਂ ਹੁੰਦੀਆਂ ਨੇ, ਜਿਹਦੇ ਵਿੱਚੋਂ ਇਹ ਕੀ ਹੈ? ਨਾਰਥ। ਇਹ ਕੀ ਹੈ? ਸਾਊਥ। ਇੱਧਰ ਕੀ ਹੁੰਦੀ ਹੈ ਜੀ? ਈਸਟ। ਇੱਧਰ ਕੀ ਹੁੰਦੀ ਹੈ? ਵੈਸਟ। ਇੱਕ ਵਾਰ ਇੱਥੇ ਸਾਈਡ ਤੇ ਜ਼ਰੂਰ ਲਿਖ ਲਓ ਕਿ ਨਾਰਥ ਦਾ ਅਰਥ ਕੀ ਹੁੰਦਾ ਹੈ। ਨਾਰਥ ਮਤਲਬ ਉੱਤਰ, ਸਾਊਥ ਮਤਲਬ ਦੱਖਣ, ਈਸਟ ਮਤਲਬ ਪੂਰਬ, ਤੇ ਵੈਸਟ ਦਾ ਮਤਲਬ ਕੀ ਹੁੰਦਾ ਜੀ? ਪੱਛਮ। ਜੇ ਕਦੇ ਤੁਸੀਂ ਉਲਝੋ ਤਾਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ। ਠੀਕ ਹੈ ਜੀ। ਇਹ ਆਪਣੇ ਕੋਲੇ ਚਾਰ ਦਿਸ਼ਾਵਾਂ ਹੁੰਦੀਆਂ ਨੇ। ਇਸ ਤੋਂ ਇਲਾਵਾ ਆਪਣੇ ਕੋਲੇ ਕੁਝ ਦਿਸ਼ਾਵਾਂ ਹੋਰ ਹੁੰਦੀਆਂ ਨੇ, ਜਿਵੇਂ ਕਿ ਇਹਨੂੰ ਆਪਾਂ ਕੀ ਕਹਿੰਦੇ ਆ? ਨਾਰਥ ਈਸਟ, ਕਿਉਂਕਿ ਨਾਰਥ ਤੇ ਈਸਟ ਦੇ ਵਿਚਾਲੇ ਆ ਗਈ। ਇਹਨੂੰ ਆਪਾਂ ਕੀ ਕਹਿੰਦੇ ਆ? ਸਾਊਥ ਈਸਟ, ਕਿਉਂਕਿ ਸਾਊਥ ਤੇ ਈਸਟ ਦੇ ਵਿਚਾਲੇ ਆ ਗਈ। ਇਹਨੂੰ ਆਪਾਂ ਕੀ ਕਹਿੰਦੇ ਆ? ਸਾਊਥ ਵੈਸਟ, ਕਿਉਂਕਿ ਸਾਊਥ ਤੇ ਵੈਸਟ ਦੇ ਵਿਚਾਲੇ ਆ। ਇਹਨੂੰ ਆਪਾਂ ਕੀ ਕਹਿੰਦੇ ਆ? ਨਾਰਥ ਵੈਸਟ। ਕਲੀਅਰ ਹੈ ਜੀ। ਇਹ ਚੀਜ਼ ਆਪਾਂ ਨੂੰ, ਮੈਂ ਹੁਣ ਤੱਕ ਮੰਨਦਾ ਕਿ ਇਹ ਤੁਹਾਨੂੰ ਕਲੀਅਰ ਹੋ ਗਈ ਹੋਣੀ। ਠੀਕ ਹੈ। ਇਹ ਆਪਣੇ ਕੋਲੇ 8 ਦਿਸ਼ਾਵਾਂ ਹੁੰਦੀਆਂ ਨੇ। ਹੁਣ ਜੇ ਮੈਂ ਹੁਣ ਕੁਐਸਚਨ ਦੇ ਵਿੱਚ ਕਹਾਂ ਕਿ ਕੋਈ ਬੰਦਾ ਉੱਪਰ ਨੂੰ ਜਾ ਰਿਹਾ, ਧਿਆਨ ਨਾਲ ਸਮਝੋ ਇਸ ਗੱਲ ਨੂੰ। ਇਹ ਕਿਹੜੀ ਦਿਸ਼ਾ ਵੱਲ ਜਾ ਰਿਹਾ? ਨਾਰਥ ਵੱਲ। ਤਾਂ ਇਹਦੀ ਰਾਈਟ ਸਾਈਡ ਕਿਹੜੀ ਹੋਊਗੀ? ਇੱਧਰ ਵਾਲੀ ਹੋਊਗੀ ਜੀ। ਲੈਫਟ ਸਾਈਡ ਕਿਹੜੀ ਹੋਊਗੀ? ਇੱਧਰ ਵਾਲੀ ਹੋਊਗੀ। ਅੱਗੇ ਕੁਐਸਚਨ ਹੈ ਜੇ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਜੇ ਕੋਈ ਈਸਟ ਨੂੰ ਜਾ ਰਿਹਾ ਤਾਂ ਇਹਦੀ ਲੈਫਟ ਸਾਈਡ ਉੱਪਰ ਨੂੰ ਹੋਊਗੀ, ਇਹਦੀ ਰਾਈਟ ਸਾਈਡ ਥੱਲੇ ਨੂੰ ਹੋਊਗੀ। ਠੀਕ ਹੈ ਜੀ। ਜੇ ਕੋਈ ਥੱਲੇ ਨੂੰ ਜਾ ਰਿਹਾ, ਮਤਲਬ ਸਾਊਥ ਨੂੰ ਜਾ ਰਿਹਾ, ਤਾਂ ਉਹਦੀ ਰਾਈਟ ਸਾਈਡ ਆ ਹੋਊਗੀ ਤੇ ਲੈਫਟ ਸਾਈਡ ਇੱਧਰ ਹੋਊਗੀ। ਜੇ ਕੋਈ ਵੈਸਟ ਨੂੰ ਜਾ ਰਿਹਾ ਤਾਂ ਉਹਦੀ ਰਾਈਟ ਸਾਈਡ ਇਹ ਹੋਊਗੀ ਤੇ ਲੈਫਟ ਸਾਈਡ ਆਹ ਵਾਲੀ ਹੋਊਗੀ। ਇੰਨੀ ਚੀਜ਼ ਮੈਂ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆ ਗਿਆ ਹੋਊਗਾ। ਜੇ ਕੋਈ ਬੰਦਾ ਦੇਖੋ ਐ ਘੁੰਮ ਰਿਹਾ, ਠੀਕ ਹੈ, ਇਹਨੂੰ ਆਪਾਂ ਕੀ ਕਹਿੰਦੇ ਆ? ਕਲੌਕਵਾਈਜ਼। ਇਹਨੂੰ ਆਪਾਂ ਕੀ ਕਹਿ ਦਿੰਦੇ ਆ ਜੀ? ਕਲੌਕਵਾਈਜ਼ ਕਹਿ ਲਓ ਚਾਹੇ ਰਾਈਟ ਕਹਿ ਲਓ, ਗੱਲ ਇੱਕੋ ਹੀ ਹੁੰਦੀ ਹੈ। ਕਲੌਕਵਾਈਜ਼ ਤੇ ਰਾਈਟ ਗੱਲ ਇੱਕੋ ਹੀ ਹੁੰਦੀ ਹੈ। ਤੇ ਜੇ ਕੋਈ ਬੰਦਾ ਐਸ ਲੋਟ ਘੁੰਮ ਰਿਹਾ, ਇਹਨੂੰ ਆਪਾਂ ਕੀ ਕਹਿੰਦੇ ਆ? ਐਂਟੀ ਕਲੌਕਵਾਈਜ਼। ਐਂਟੀ ਕਲੌਕ ਵਾਈਜ਼। ਇਹਦਾ ਮਤਲਬ ਕੀ ਹੁੰਦਾ ਜੀ? ਲੈਫਟ। ਇਹ ਕੁਝ ਬੇਸਿਕ ਨੇ ਜੋ ਦੱਸਣੇ ਜ਼ਰੂਰੀ ਨੇ। ਠੀਕ ਹੈ ਜੀ। ਆਪਾਂ ਨੂੰ ਕੀ ਪਤਾ ਲੱਗ ਗਿਆ? ਨਾਰਥ ਸਾਊਥ ਈਸਟ ਵੈਸਟ ਪਤਾ ਲੱਗ ਗਿਆ। ਪੰਜਾਬੀ 'ਚ ਕੀ ਕਹਿੰਦੇ ਨੇ ਉਹ ਪਤਾ ਲੱਗ ਗਿਆ। ਲੈਫਟ ਤੇ ਆਪਾਂ ਨੂੰ ਰਾਈਟ ਪਤਾ ਲੱਗ ਗਿਆ ਕੀ ਹੁੰਦੇ ਨੇ। ਕਲੀਅਰ ਹੈ। ਲਾਸਟ ਦੇ ਵਿੱਚ ਆਉਂਦਾ ਆਪਣੇ ਕੋਲ ਐਂਗਲ ਦੇ ਬਾਰੇ ਦੇ ਵਿੱਚ। ਐਂਗਲ ਕੀ ਹੁੰਦੇ ਨੇ ਜੀ? ਜਿਹੜਾ ਆ ਐਂਗਲ ਹੈ ਇਹ ਹੁੰਦਾ 90 ਡਿਗਰੀ ਦਾ। ਜੇ ਮੈਂ ਪੂਰੇ ਦੀ ਗੱਲ ਕਰਾਂ, ਪੂਰਾ ਹੁੰਦਾ ਤੁਹਾਨੂੰ ਪਤਾ 360 ਡਿਗਰੀ ਦਾ। ਤੁਹਾਨੂੰ ਕਿਤੇ ਕਿਤੇ ਨਾ ਕੁਐਸਚਨ ਇਹ ਮਿਲਦਾ ਕਿ ਜਿਵੇਂ ਮੰਨ ਕੇ ਚਲੋ ਆ ਇੰਨਾ ਐਂਗਲ ਕਿੰਨੇ ਦਾ? ਆ ਅੱਧਾ ਐਂਗਲ, ਤਾਂ ਇਹ ਕਿੰਨੇ ਦਾ ਆਊਗਾ? 45 ਦਾ। ਤੇ ਜੇ ਮੈਂ ਇਹਦੀ ਪੂਰੇ ਦੀ ਗੱਲ ਕਰਦਾ, ਇਹ ਕਿੰਨੇ ਦਾ ਹੋ ਗਿਆ? 90 ਦਾ ਆਹ ਤੇ 45 ਦਾ ਆਹ, ਤਾਂ ਕਿੰਨੇ ਦਾ ਹੋ ਗਿਆ? 135 ਡਿਗਰੀ ਦਾ। ਤਾਂ ਤੁਹਾਨੂੰ ਐਂਗਲ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ ਜੀ। ਇਹ ਸੀਗਾ ਡਾਇਰੈਕਸ਼ਨ ਬਾਰੇ ਬੇਸਿਕਸ, ਤੇ ਮੈਂ ਉਮੀਦ ਕਰੂੰਗਾ ਕਿ ਤੁਹਾਨੂੰ ਹੁਣ ਤੱਕ ਦਾ ਪਤਾ ਲੱਗ ਗਿਆ ਹੋਣਾ। ਜੇ ਨਹੀਂ ਪਤਾ ਲੱਗਿਆ ਤਾਂ ਥੱਲੇ ਆਹ ਨੰਬਰ ਤੇ ਜਿਹੜਾ ਮੈਂ ਤੁਹਾਨੂੰ ਨੰਬਰ ਦਿੱਤਾ ਸੀਗਾ, ਇਹਦੇ ਉੱਤੇ ਤੁਸੀਂ ਕਿਸੇ ਟਾਈਮ ਵੀ ਕਾਲ ਕਰ ਸਕਦੇ ਹੋ। ਮੈਂ ਬਾਰ-ਬਾਰ ਕਹਿ ਰਿਹਾ, ਅੱਜ ਇਹਦੀ ਇੱਕ ਫ੍ਰੀ ਕਲਾਸ ਹੈ। ਇਹਦੀਆਂ ਕੁਝ ਕਲਾਸਿਸ ਫ੍ਰੀ ਹੋਣਗੀਆਂ, ਜਿਹੜੀ ਪੂਰੇ ਦਾ ਪੂਰਾ ਜਿਹੜਾ ਕੋਰਸ ਹੋਊਗਾ ਇਹ ਪੇਡ ਹੋਊਗਾ। ਠੀਕ ਹੈ ਜੀ। ਸੋ ਇਹ ਸੀ ਆਪਣੇ ਕੋਲ ਡਾਇਰੈਕਸ਼ਨ ਦੇ ਬਾਰੇ। ਜੇ ਮੈਂ ਕੁਝ ਹੋਰ ਗੱਲਾਂ ਕਹਾਂ ਤੁਹਾਨੂੰ ਥੋੜਾ ਜਿਹਾ ਡਾਇਰੈਕਸ਼ਨ ਬਾਰੇ, ਤਾਂ ਇੱਥੇ ਕੀ ਹੁੰਦਾ ਆਪਣੇ ਕੋਲੇ?
ਜਿਹੜਾ ਸੂਰਜ ਨਿਕਲਦਾ ਉਹ ਇਧਰੋਂ ਨਿਕਲਦਾ ਜੀ ਸੂਰਜ, ਤੇ ਛਿਪਦਾ ਕਿੱਧਰ ਹੈ? ਇਧਰਲੇ ਪਾਸੇ ਛਿਪਦਾ। ਇਹ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਤੇ ਜਦੋਂ ਸੂਰਜ ਸਿਰ ਤੇ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ? ਨੂਨ। ਜਦੋਂ ਸੂਰਜ ਬਿਲਕੁਲ ਸਿਰ ਤੇ ਹੁੰਦਾ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ? ਨੂਨ। ਇਹ ਈਸਟ ਸੀ ਆਪਣੇ ਕੋਲੇ, ਇਹ ਆਪਣੇ ਕੋਲੇ ਵੈਸਟ ਸੀ। ਈਸਟ ਤੇ ਵੈਸਟ ਜਦੋਂ ਸਿਰ ਤੇ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ? ਨੂਨ ਕਹਿ ਦਿੰਦੇ ਆ। ਠੀਕ ਹੈ ਜੀ। ਜਦੋਂ ਕੋਈ ਬੰਦਾ ਇੱਥੇ ਖੜਾ ਹੋਊਗਾ, ਆ ਦੋਨੇ ਪਾਸੇ ਬੰਦੇ ਖੜੇ ਨੇ ਮੰਨ ਲਓ, ਆ ਇੱਕ ਦੂਜੇ ਵੱਲ ਮੂੰਹ ਕਰਕੇ, ਜਦੋਂ ਸੂਰਜ ਸਵੇਰ ਵੇਲੇ ਆ ਤਾਂ ਪਰਛਾਵੇਂ ਇਧਰਲੇ ਪਾਸੇ ਬਣਨਗੇ। ਠੀਕ ਹੈ ਜੀ। ਜਦੋਂ ਸੂਰਜ ਸ਼ਾਮ ਵੇਲੇ ਆ ਤਾਂ ਪਰਛਾਵੇਂ ਇਧਰਲੇ ਪਾਸੇ ਬਣਨਗੇ। ਇਹ ਕੁਝ ਬੇਸਿਕ ਜਾਣਕਾਰੀ ਹੋ ਰਿਹਾ। ਇੱਕ ਗੱਲ ਹੋਰ, ਪਿਛਲੀ ਵਾਰ ਟ੍ਰੇਨ ਦਾ ਕੁਐਸਚਨ ਆਇਆ ਹੈ ਕਿ ਜੇ ਟ੍ਰੇਨ ਉੱਪਰ ਨੂੰ ਜਾ ਰਹੀ ਹੈ, ਟ੍ਰੇਨ ਕਿੱਧਰ ਨੂੰ ਜਾ ਰਹੀ ਹੈ ਜੀ? ਨਾਰਥ ਵੱਲ ਨੂੰ ਜਾ ਰਹੀ ਹੈ, ਤੇ ਹਵਾ ਕਿੱਧਰ ਨੂੰ ਵਗ ਰਹੀ ਹੈ? ਹਵਾ ਈਸਟ ਵੱਲ ਨੂੰ ਵਗ ਰਹੀ ਹੈ। ਜਿਹੜੀ ਏਅਰ ਹੈ ਉਹ ਈਸਟ ਵੱਲ ਨੂੰ ਵਗ ਰਹੀ ਹੈ। ਤਾਂ ਧੂੰਆਂ ਕਿੱਧਰ ਜਾਊਗਾ? ਤਾਂ ਧੂੰਆਂ ਜਾਣਨ ਦੀ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਟ੍ਰੇਨ ਕਿਤੇ ਬਿਜਲੀ ਵਾਲੀ ਤਾਂ ਨਹੀਂ, ਕਿਉਂਕਿ ਜਿਹੜੀ ਬਿਜਲੀ ਵਾਲੀ ਟ੍ਰੇਨ ਹੈ ਉਹ ਧੂੰਆਂ ਨਹੀਂ ਛੱਡਦੀ। ਪਰ ਜੇ ਇਹ ਕੋਲੇ ਵਾਲੀ ਟ੍ਰੇਨ ਹੈ ਧੂੰਆਂ ਛੱਡਦੀ ਹੈ, ਤਾਂ ਜੇ ਟ੍ਰੇਨ ਇੱਧਰ ਨੂੰ ਜਾ ਰਹੀ ਹੈ, ਹਵਾ ਇੱਧਰ ਨੂੰ ਜਾ ਰਹੀ ਹੈ, ਤਾਂ ਇਹਦਾ ਧੂੰਆਂ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੋਣਾ? ਇਧਰਲੀ ਦਿਸ਼ਾ ਵੱਲ ਜਾ ਰਿਹਾ ਹੋਣਾ। ਤੇ ਇਹ ਦਿਸ਼ਾ ਨੂੰ ਆਪਾਂ ਕੀ ਕਹਿੰਦੇ ਆ? ਸਾਊਥ ਈਸਟ। ਇਹ ਦਿਸ਼ਾ ਨੂੰ ਆਪਾਂ ਕੀ ਕਹਿੰਦੇ ਆ? ਸਾਊਥ ਈਸਟ। ਸੇਮ ਟੂ ਸੇਮ, ਜਿਵੇਂ ਮੈਂ ਕਹਾਂ ਟ੍ਰੇਨ ਇੱਧਰ ਨੂੰ ਜਾ ਰਹੀ ਹੈ, ਹਵਾ ਉੱਪਰ ਨੂੰ ਜਾ ਰਹੀ ਹੈ, ਤਾਂ ਜੇ ਇਹਦਾ ਧੂੰਆਂ ਜਾਊਗਾ ਤਾਂ ਟ੍ਰੇਨ ਤੇ ਇਹਦੇ ਇਧਰਲੇ ਪਾਸੇ ਜਾਊਗਾ ਜੀ। ਕਿੱਧਰ ਜਾਊਗਾ ਜੀ? ਇੱਧਰ। ਤੇ ਇਹ ਕਿਹੜੀ ਦਿਸ਼ਾ ਹੁੰਦੀ ਹੈ? ਸਾਊਥ ਈਸਟ। ਕਿਹੜੀ ਦਿਸ਼ਾ ਹੁੰਦੀ ਹੈ? ਸਾਊਥ ਈਸਟ ਹੁੰਦੀ ਹੈ। ਮੈਂ ਉਮੀਦ ਕਰਦਾ ਕਿ ਇੱਥੋਂ ਤੱਕ ਤੁਹਾਨੂੰ ਬੇਸਿਕ ਪਤਾ ਲੱਗ ਗਏ ਹੋਣਗੇ। ਆਪਾਂ ਕੁਐਸਚਨ ਦੇ ਉੱਤੇ ਆਉਂਦੇ ਹਾਂ। ਠੀਕ ਹੈ। ਸੁੰਦਰ ਰਨਸ 20 ਮੀਟਰ ਟੁਵਾਰਡ ਈਸਟ। ਸੁੰਦਰ ਸਭ ਤੋਂ ਪਹਿਲਾਂ ਕਿੱਧਰ ਗਿਆ ਜੀ? ਪੂਰਬ ਵੱਲ। ਪੂਰਬ ਵੱਲ ਕਿੰਨਾ ਗਿਆ? 20 ਮੀਟਰ। ਪੂਰਬ ਵੱਲ ਕਿੰਨਾ ਗਿਆ ਜੀ? 20 ਮੀਟਰ। ਅਤੇ ਸੱਜੇ ਪਾਸੇ ਮੁੜਦਾ ਹੈ ਤੇ 10 ਮੀਟਰ ਤੁਰਦਾ ਹੈ। ਠੀਕ ਹੈ। ਸੱਜੇ ਪਾਸੇ ਗਿਆ ਤੇ ਕਿੰਨਾ ਮੁੜਿਆ? 10। ਤਾਂ ਅੱਗੇ ਸੱਜੇ ਪਾਸੇ ਗਿਆ ਜੀ, ਕਿੰਨਾ ਗਿਆ? 10। ਠੀਕ ਹੈ। ਇਹ ਹੁਣ ਪਤਾ ਹੋਣਾ ਚਾਹੀਦਾ ਸੱਜਾ ਪਾਸਾ ਕਿੱਧਰ ਨੂੰ ਹੁੰਦਾ ਜੀ। ਦੈਨ ਹੀ ਟਰਨਸ ਟੂ ਦ ਰਾਈਟ। ਉਹ ਤੋਂ ਬਾਅਦ ਫੇਰ ਰਾਈਟ ਮੁੜਿਆ ਤੇ ਕਿੰਨਾ ਗਿਆ? 9 ਗਿਆ। ਮਤਲਬ ਇਧਰ ਨੂੰ ਕਿੰਨਾ ਆਇਆ? 9 ਆਇਆ। ਠੀਕ ਹੈ। ਇੱਥੇ ਪੰਜਾਬੀ ਦੇ ਵਿੱਚ ਵੀ ਲਿਖਿਆ ਹੈ 9 ਮੀਟਰ ਦੌੜਦਾ ਹੈ। ਦੁਬਾਰਾ ਉਹ ਸੱਜੇ ਪਾਸੇ ਮੁੜਦਾ ਹੈ ਤੇ 5 ਮੀਟਰ ਦੌੜਦਾ ਹੈ। ਇੱਥੇ ਫੇਰ ਸੱਜੇ ਪਾਸੇ ਮੁੜਿਆ ਤੇ 5 ਮੀਟਰ ਦੌੜਿਆ। ਹੁਣ ਜੇ ਇੱਥੇ 10 ਹੈ ਤਾਂ 5 ਸਿਰਫ ਇੱਥੇ ਹੀ ਰਹੂਗਾ, ਪੂਰਾ ਨਹੀਂ ਹੋਊਗਾ। ਠੀਕ ਹੈ ਜੀ। ਉਹ ਤੋਂ ਬਾਅਦ ਉਹਨੇ ਕੀ ਕਿਹਾ? ਅਗੇਨ ਟਰਨ ਟੂ ਹਿਜ਼ ਲੈਫਟ ਐਂਡ 12 ਮੀਟਰ। ਉਹ ਤੋਂ ਬਾਅਦ ਖੱਬੇ ਪਾਸੇ ਮੁੜਿਆ ਤੇ 12 ਮੀਟਰ ਗਿਆ। ਕਿੰਨਾ ਗਿਆ ਜੀ? ਇੱਧਰ 12 ਮੀਟਰ ਗਿਆ। ਠੀਕ ਹੈ ਜੀ। ਖੱਬੇ ਪਾਸੇ ਮੁੜਿਆ ਤੇ 12 ਮੀਟਰ ਗਿਆ। ਫਾਈਨਲੀ ਹੀ ਟਰਨ ਟੂ ਹਿਜ਼ ਰਾਈਟ ਐਂਡ 6 ਮੀਟਰ। ਉਹ ਤੋਂ ਬਾਅਦ ਸੱਜੇ ਮੁੜਿਆ ਤੇ ਕਿੰਨਾ ਗਿਆ? 6 ਮੀਟਰ ਗਿਆ। ਇਹਦਾ ਸੱਜਾ ਪਾਸਾ ਕਿੱਧਰ ਨੂੰ ਹੋਊਗਾ? ਉੱਪਰ ਨੂੰ। ਤਾਂ ਇੱਧਰ ਕਿੰਨਾ ਗਿਆ ਜੀ? ਉਹ 6 ਗਿਆ। ਤਾਂ ਇਹ 20 ਨੂੰ ਟੱਪ ਜੂਗਾ ਥੋੜਾ ਜਿਹਾ, 6 ਮੀਟਰ ਗਿਆ। ਤਾਂ ਹੁਣ ਸੁੰਦਰ ਦਾ ਮੂੰਹ ਕਿਸ ਦਿਸ਼ਾ ਵੱਲ ਹੈ? ਤਾਂ ਤੁਹਾਨੂੰ ਪਤਾ ਕਿੱਧਰ ਹੈ ਜੀ? ਨਾਰਥ ਵੱਲ ਹੈ। ਤਾਂ ਇਹ ਉਹ ਤਰੀਕਾ ਹੈ ਜੋ ਤੁਹਾਨੂੰ ਕਿਸੇ ਨੇ ਵੀ ਕਰਾਇਆ ਹੋਣਾ, ਜਾਂ ਜਿਵੇਂ ਵੀ ਤੁਸੀਂ ਕਰਦੇ ਹੋਗੇ। ਆਪਾਂ ਨੇ ਇਹ ਤਰੀਕਾ ਨਹੀਂ ਲਗਾਉਣਾ। ਪਹਿਲੀ ਗੱਲ, ਕੁਐਸਚਨ ਨੂੰ ਲਾਸਟ ਤੋਂ ਪੜੋ। ਆਨਸਰ ਨਾਰਥ ਆ ਗਿਆ, ਬਿਲਕੁਲ ਠੀਕ ਹੈ ਜੀ। ਪਰ ਕੁਐਸਚਨ ਨੂੰ ਲਾਸਟ ਤੇ ਪੜੋ। ਨਾਓ ਇਨ ਵਿਚ ਡਾਇਰੈਕਸ਼ਨ ਇਜ਼ ਸੁੰਦਰ ਇਜ਼ ਫੇਸਿੰਗ। ਜਦੋਂ ਵੀ ਪੇਪਰ 'ਚ ਇਹ ਆ ਜੇ ਸੁੰਦਰ ਕਿੱਥੇ ਦੇਖ ਰਿਹਾ ਹੈ, ਸੁੰਦਰ ਇਸ ਵਕਤ ਕਿਹੜੀ ਦਿਸ਼ਾ ਵੱਲ ਫੇਸ ਕਰ ਰੱਖਿਆ, ਸੁੰਦਰ ਕਿੱਧਰ ਨੂੰ ਜਾ ਰਿਹਾ, ਲਾਸਟ ਦੇ ਵਿੱਚ ਇਹ ਕੁਐਸਚਨ ਆ ਜੇ ਤਾਂ ਉਦੋਂ ਤੁਹਾਨੂੰ ਇਹ ਚੀਜ਼ ਨਹੀਂ ਕਰਨੀ, ਕਿਉਂਕਿ ਇੱਥੇ ਡਿਸਟੈਂਸ ਦੀ ਕੋਈ ਵੀ ਲੋੜ ਨਹੀਂ ਹੁੰਦੀ। ਤਾਂ ਇੱਥੇ ਸਭ ਤੋਂ ਪਹਿਲਾਂ ਉਹ ਕਿੱਧਰ ਜਾ ਰਿਹਾ ਸੀਗਾ? ਈਸਟ ਵੱਲ। ਇੱਥੇ ਕੀ ਲਿਖ ਲਿਆ ਜੀ ਆਪਾਂ ਨੇ? ਈਸਟ। ਈਸਟ ਵੱਲ ਗਿਆ ਤੇ ਉਹ ਤੋਂ ਬਾਅਦ ਕਿੱਥੇ ਮੁੜਿਆ? ਸਭ ਤੋਂ ਪਹਿਲਾਂ ਰਾਈਟ। ਉਰੇ ਕੀ ਲਿਖਤਾ ਜੀ ਆਪਾਂ ਨੇ? ਰਾਈਟ। ਉਹ ਤੋਂ ਬਾਅਦ ਦੈਨ ਹੀ ਟਰਨ ਟੂ ਹਿਜ਼ ਰਾਈਟ। ਉਹ ਤੋਂ ਬਾਅਦ ਫੇਰ ਰਾਈਟ ਮੁੜਿਆ, ਫੇਰ ਆਪਾਂ ਨੇ ਕੀ ਲਿਖਤਾ? ਰਾਈਟ। ਉਹ ਤੋਂ ਬਾਅਦ ਅਗੇ ਹੀ ਟਰਨ ਟੂ ਹਿਜ਼ ਰਾਈਟ। ਤਾਂ ਉਹ ਤੋਂ ਬਾਅਦ ਫੇਰ ਰਾਈਟ ਮੁੜਿਆ, ਆਪਾਂ ਨੇ ਕੀ ਲਿਖਤਾ? ਰਾਈਟ। ਉਹ ਤੋਂ ਬਾਅਦ 5 ਮੀਟਰ ਗਿਆ। ਆਫਟਰ ਦਾ ਹੀ ਟਰਨਸ ਟੂ ਹਿਜ਼ ਲੈਫਟ। ਉਹ ਤੋਂ ਬਾਅਦ ਕਿੱਥੇ ਮੁੜਿਆ ਜੀ? ਉਹ ਆਪਣੇ ਖੱਬੇ ਪਾਸੇ ਮੁੜਿਆ। ਐਂਡ ਰਨ 12 ਤੇ ਫਾਈਨਲੀ ਕਿੱਥੇ ਮੁੜਿਆ? ਉਹ ਫੇਰ ਸੱਜੇ ਮੁੜਿਆ। ਤਾਂ ਫਾਈਨਲੀ ਸੱਜੇ ਮੁੜਿਆ। ਬਸ ਇੱਥੇ ਉਹ ਮੁੜਿਆ। ਤਾਂ ਪਤਾ ਕਰਨਾ ਹੈ ਹੁਣ ਸੁੰਦਰ ਕਿੱਥੇ ਜਾ ਰਿਹਾ। ਤਾਂ ਆਪਾਂ ਨੇ ਕੁਝ ਨਹੀਂ ਕਰਨਾ, ਰਾਈਟ ਨਾਲ ਕੀ ਕੱਟ ਦੋ? ਲੈਫਟ ਨੂੰ ਕੱਟ ਦੋ। ਬਸ ਤੁਹਾਨੇ ਕੁਝ ਨਹੀਂ ਕਰਨਾ, ਰਾਈਟ ਨਾਲ ਲੈਫਟ ਨੂੰ ਕੱਟਤਾ। ਹੁਣ ਇੱਥੇ ਕੀ ਬਚ ਗਿਆ? 3 ਵਾਰੀ ਰਾਈਟ ਬਚ ਗਿਆ। ਹੁਣ ਤੁਸੀਂ ਜਿਹੜੀ ਦਿਸ਼ਾ ਦਿੱਤੀ ਹੋਈ ਸੀ, ਈਸਟ ਦਿੱਤੀ ਹੋਈ ਸੀ, ਆ ਈਸਟ ਨੂੰ ਕੀ ਕਰ ਦੋ? 3 ਵਾਰੀ ਰਾਈਟ ਘੁਮਾ ਦੋ। ਪਹਿਲੀ ਵਾਰੀ, ਦੂਜੀ ਵਾਰੀ ਤੇ ਤੀਜੀ ਵਾਰੀ। ਇਹਦਾ ਰਾਈਟ ਆ ਹੁੰਦਾ ਜੀ, ਇਹਦਾ ਰਾਈਟ ਆ ਹੁੰਦਾ, ਤੇ ਇਹਦਾ ਰਾਈਟ ਉੱਪਰ ਨੂੰ ਹੋ ਗਿਆ। ਤਾਂ ਆਨਸਰ ਕੀ ਆ ਗਿਆ ਜੀ? ਨਾਰਥ ਆ ਗਿਆ। ਤਾਂ ਆਨਸਰ ਕੀ ਆ ਗਿਆ? ਨਾਰਥ। ਇਹ ਸਭ ਤੋਂ ਬੈਸਟ ਤਰੀਕਾ ਹੈ। ਇਹ ਤਰੀਕੇ ਨਾਲ ਮੈਂ ਇਸ ਸਵਾਲ ਨਹੀਂ ਕਰਵਾਉਂਗਾ। ਅੱਗੇ ਕੁਝ ਹੋਰ ਇਸ ਪ੍ਰਕਾਰ ਦੇ ਹੋਰ ਕੁਐਸਚਨ ਆਣਗੇ। ਐਕਸ ਸਟਾਰਟਡ ਟੂ ਵਾਕ ਸਟ੍ਰੇਟ ਟੁਵਾਰਡ ਸਾਊਥ। ਐਕਸ ਕਿੱਧਰ ਨੂੰ ਗਿਆ ਜੀ? ਮੈਂ ਆਪਣੇ ਤਰੀਕੇ ਨਾਲ ਹੀ ਕਰਵਾਉਂਗਾ, ਕਿਉਂਕਿ ਇਹਦੇ ਲਾਸਟ 'ਚ ਕੀ ਹੈ ਕੁਐਸਚਨ? ਤਾਂ ਨਾਓ ਟੂ ਵਿਚ ਡਾਇਰੈਕਸ਼ਨ ਐਕਸ ਫੇਸਿੰਗ। ਤਾਂ ਐਕਸ ਨੇ ਕਿੱਧਰ ਫੇਸ ਕਰ ਰੱਖਿਆ? ਤਾਂ ਸਭ ਤੋਂ ਪਹਿਲਾਂ ਜਿਹੜਾ ਐਕਸ ਸੀਗਾ ਉਹ ਸਾਊਥ ਵੱਲ ਗਿਆ। ਤਾਂ ਆਪਾਂ ਨੇ ਇੱਥੇ ਲਿਖਤਾ ਸਾਊਥ। ਆਫਟਰ ਵਾਕਿੰਗ 5 ਮੀਟਰ ਹੀ ਟਰਨ ਟੂ ਹਿਜ਼ ਲੈਫਟ। ਉਹ ਤੋਂ ਬਾਅਦ ਉਹ ਲੈਫਟ ਮੁੜਿਆ। ਆ ਦੇਖੋ ਲੈਫਟ ਲਿਖਿਆ ਹੈ, ਲੈਫਟ ਮੁੜਿਆ। ਆਫਟਰ ਹੀ ਟਰਨ ਟੂ ਹਿਜ਼ ਰਾਈਟ। ਬਸ ਉਹਨੇ ਲੈਫਟ ਰਾਈਟ ਦੇਖਣਾ। ਉਹ ਤੋਂ ਬਾਅਦ ਉਹ ਕਿੱਥੇ ਮੁੜਿਆ? ਰਾਈਟ ਮੁੜਿਆ ਐਂਡ ਵਾਕ। ਨਾਓ ਇਨ ਵਿਚ ਡਾਇਰੈਕਸ਼ਨ ਹੀ ਇਜ਼ ਫੇਸਿੰਗ। ਤਾਂ ਹੁਣ ਉਹ ਕਿੱਥੇ ਫੇਸ ਕਰ ਰਿਹਾ? ਰਾਈਟ ਨਾਲ ਲੈਫਟ ਕੱਟ ਗਿਆ ਤਾਂ ਉਹ ਕਿੱਥੇ ਫੇਸ ਕਰ ਰਿਹਾ ਜੀ? ਸਾਊਥ ਵੱਲ ਹੀ ਫੇਸ ਕਰ ਰਿਹਾ ਹੈ। ਵਨ ਮਾਰਨਿੰਗ ਸੁਜਾਤਾ ਸਟਾਰਟ ਵਾਕਿੰਗ ਟੁਵਾਰਡ ਦ ਸਨ। ਹੁਣ ਲਾਸਟ 'ਚ ਦੇਖੋ ਕੀ ਹੈ? ਇਨ ਵਿਚ ਡਾਇਰੈਕਸ਼ਨ ਫੇਸਿੰਗ। ਇਹਦਾ ਵੀ ਉਹੀ ਕੁਐਸਚਨ ਹੈ ਕਿ ਉਹ ਕਿਸ ਦਿਸ਼ਾ ਵੱਲ ਮੂਵ ਕਰ ਰਹੀ ਹੈ। ਓਹੋ, ਇੱਥੇ
ਮੂੰਹ ਕਰਕੇ ਮੁੜੀ, ਸੌਰੀ ਇੱਥੇ ਪੰਜਾਬੀ 'ਚ ਲਿਖਣਾ ਰਹਿ ਗਿਆ, ਮੈंने ਕਾਪੀ ਪੇਸਟ ਤਾਂ ਕਰ ਲਿਆ ਸੀ, ਖੈਰ ਕੋਈ ਨਹੀਂ। ਇਨ ਵਿਚ ਡਾਇਰੈਕਸ਼ਨ ਇਜ਼ ਸ਼ੀ ਫੇਸਿੰਗ? ਤਾਂ ਵਨ ਮਾਰਨਿੰਗ ਸੁਜਾਤਾ ਸਟਾਰਟ ਟੂ ਵਾਕ ਟੁਵਾਰਡ ਸਨ। ਹੁਣ ਮਾਰਨਿੰਗ ਵੇਲੇ ਸਨ ਕਿਹੜੀ ਦਿਸ਼ਾ ਵੱਲ ਹੁੰਦਾ? ਈਸਟ ਵੱਲ ਹੁੰਦਾ। ਇਹ ਸਭ ਨੂੰ ਪਤਾ, ਆਪਾਂ ਹੁਣੀ ਕਰ ਚੁੱਕੇ ਕਿ ਇੱਕ ਸਵੇਰੇ ਸੁਜਾਤਾ ਸੂਰਜ ਵੱਲ ਮੂੰਹ ਕਰਕੇ ਤੁਰ ਪਈ, ਮਤਲਬ ਈਸਟ ਵੱਲ ਮੂੰਹ ਕਰਕੇ ਤੁਰ ਪਈ। ਆਫਟਰ ਕਵਰਿੰਗ ਸਮ ਡਿਸਟੈਂਸ ਸ਼ੀ ਟਰਨ ਟੂ ਹਿਜ਼ ਰਾਈਟ, ਉਹ ਤੋਂ ਬਾਅਦ ਉਹ ਕਿੱਥੇ ਮੁੜੀ? ਆਪਣੇ ਰਾਈਟ ਮੁੜੀ। ਉਹ ਤੋਂ ਬਾਅਦ ਅਗੇਨ ਕਿੱਥੇ ਮੁੜੀ? ਰਾਈਟ ਮੁੜੀ। ਉਹ ਤੋਂ ਬਾਅਦ ਫੇਰ ਕਿੱਥੇ ਮੁੜੀ? ਰਾਈਟ ਮੁੜੀ। ਤਿੰਨ ਵਾਰ ਉਹ ਰਾਈਟ ਮੁੜੀ ਜੀ। ਇਨ ਵਿਚ ਡਾਇਰੈਕਸ਼ਨ ਸ਼ੀ ਇਜ਼ ਫੇਸਿੰਗ, ਤਾਂ ਤਿੰਨ ਵਾਰ ਰਾਈਟ। ਤਾਂ ਈਸਟ ਦਾ ਤਿੰਨ ਵਾਰ ਰਾਈਟ, ਇੱਕ ਵਾਰ ਰਾਈਟ, ਦੋ ਵਾਰ ਰਾਈਟ, ਤਿੰਨ ਵਾਰ ਰਾਈਟ। ਤਾਂ ਆਂਸਰ ਕੀ ਆਊਗਾ? ਨਾਰਥ। ਜੇ ਤੁਸੀਂ ਤਿੰਨ ਵਾਰ ਰਾਈਟ ਨਹੀਂ ਮੋੜ ਸਕਦੇ ਤਾਂ ਇੱਥੇ ਲਿਖ ਲਓ ਤਿੰਨ ਵਾਰ ਰਾਈਟ ਨੂੰ ਇੱਕ ਵਾਰ ਲੈਫਟ ਕਰ ਲਓ, ਆਂਸਰ ਫੇਰ ਵੀ ਉਹੀ ਆਊਗਾ। ਸੇਮ ਜੇ ਤਿੰਨ ਵਾਰ ਲੈਫਟ ਬਚਦਾ ਤਾਂ ਉਹਨੂੰ ਇੱਕ ਵਾਰ ਰਾਈਟ ਕਰ ਲਓ, ਆਂਸਰ ਫੇਰ ਵੀ ਉਹੀ ਆਊਗਾ। ਜੇ ਤਿੰਨ ਵਾਰ ਰਾਈਟ ਬਚਦਾ ਉਹਨੂੰ ਇੱਕ ਵਾਰ ਲੈਫਟ ਕਰ ਲਓ, ਤਿੰਨ ਵਾਰ ਲੈਫਟ ਬਚਦਾ ਤਾਂ ਉਹਨੂੰ ਇੱਕ ਵਾਰ ਰਾਈਟ ਕਰ ਲਓ। ਠੀਕ ਹੈ ਜੀ। आई एम फेसिंग ईस्ट, मैं किधर मुंह कर रखा है जी? ईस्ट। लास्ट से देखो क्या है? इन विच डायरेक्शन आई एम फेसिंग, वही सेम क्वेश्चन। इतने भी गड़बड़ होगी, मैं मुड़दा हाँ। इतने क्या होगा? मैं मुड़दा हाँ। ठीक है जी। आई एम फेसिंग ईस्ट, मैं किधर देख रहा ईस्ट वाल, तो मैंने क्या लिखता? ईस्ट। क्वेश्चन पहले थलो जरूर पढ़ना है जी। इन विच डायरेक्शन आई एम फेसिंग, भी आपने जो क्वेश्चन ये पता करना है कि मैं किधर फेस कर रखा है। ठीक है, अगे क्वेश्चन होर भी बदलन के, टेंशन ना लो। ईस्ट वाल मुंह कर रखा है जी। 100 डिग्री मैं किधर गया? क्लॉकवाइज। 100 डिग्री मैं किधर गया? क्लॉकवाइज। ਤੇ 145 ਡਿਗਰੀ ਮੈਂ ਕਿੱਧਰ ਗਿਆ? ਐਂਟੀ ਕਲੌਕਵਾਈਜ਼। ਐਂਟੀ ਕਲੌਕਵਾਈਜ਼ ਤੁਹਾਨੂੰ ਮੈਂ ਦੱਸਿਆ ਸੀਗਾ, ਕਲੌਕਵਾਈਜ਼ ਦਾ ਮਤਲਬ ਰਾਈਟ ਹੁੰਦਾ, ਐਂਟੀ ਕਲੌਕਵਾਈਜ਼ ਦਾ ਮਤਲਬ ਲੈਫਟ ਹੁੰਦਾ। ਤਾਂ ਮੈਂ ਕਿੱਧਰ ਮੂੰਹ ਕਰ ਰੱਖਿਆ? ਤੁਹਾਨੂੰ ਕੁਝ ਨਹੀਂ ਕਰਨਾ, ਰਾਈਟ ਚੋਂ ਲੈਫਟ ਘਟਾ ਦਿਓ ਤਾਂ ਕਿੰਨਾ ਬਚ ਗਿਆ? 45 ਬਚ ਗਿਆ। ਤੇ ਵੱਡਾ ਕਿਹੜਾ ਹੈ? ਲੈਫਟ ਹੈ, ਤਾਂ 45 ਲੈਫਟ ਬਚ ਗਿਆ ਜੀ। 45 ਲੈਫਟ ਬਚ ਗਿਆ ਜਾਂ ਐਂਟੀ ਕਲੌਕਵਾਈਜ਼ ਬਚ ਗਿਆ, ਕੁਝ ਵੀ ਕਹਿ ਸਕਦੇ ਹੋ। ਠੀਕ ਹੈ, ਵੱਡਾ ਕਿਹੜਾ ਹੈ? 145, ਤਾਂ 45 ਬਚ ਗਿਆ। 100 ਚੋਂ 45 ਗਿਆ, 45 ਲੈਫਟ ਬਚ ਗਿਆ। ਹੁਣ ਆ ਈਸਟ ਸੀਗਾ ਜੀ, ਇਹਨੂੰ ਜਦੋਂ ਆਪਾਂ 45 ਡਿਗਰੀ ਘੁਮਾਵਾਂਗੇ ਤਾਂ ਇਹ ਕੀ ਘੁੰਮ ਜੂ? ਦੇਖੋ, ਜੇ ਤਾਂ ਮੈਂ 90 ਡਿਗਰੀ ਘੁਮਾਊਂਗਾ ਫਿਰ ਤਾਂ ਇਹ ਉੱਪਰ ਨੂੰ ਵਗ ਜੂ, ਪਰ ਉੱਪਰ ਨੂੰ ਆਪਾਂ ਨੇ ਲੈ ਕੇ ਨਹੀਂ ਜਾਣਾ, ਆਪਾਂ ਨੇ ਸਿਰਫ 45 ਡਿਗਰੀ ਰੱਖਣਾ। ਤਾਂ ਆਹ ਕੀ ਹੁੰਦਾ? 45 ਡਿਗਰੀ। ਆਹ ਕੀ ਹੁੰਦਾ ਜੀ? 45 ਡਿਗਰੀ। ਕਿਉਂਕਿ ਜੇ ਮੈਂ ਕਹਾਂ 0 ਡਿਗਰੀ ਹੈ, ਆਹ ਕੀ ਹੈ? 0 ਡਿਗਰੀ ਨਾ, ਕਿਤੇ ਵੀ ਨਹੀਂ ਮੁੜਿਆ। ਇਹ 45, ਇਹ 90। ਤਾਂ ਆਹ ਕਿਹੜੀ ਦਿਸ਼ਾ ਹੋਊਗੀ ਜੀ? ਇੱਥੇ ਆਪਾਂ ਤੁਸੀਂ ਆਹ ਮਾਰ ਲਓ, ਇੱਥੇ ਆ ਜਦੋਂ ਮਾਰ ਲਿਆ ਤਾਂ ਤੁਹਾਨੂੰ ਪਤਾ ਲੱਗ ਗਿਆ ਇਹ ਨਾਰਥ ਹੁੰਦੀ ਹੈ, ਇਹ ਈਸਟ ਹੁੰਦੀ ਹੈ। ਤਾਂ ਉਹ ਕਿਹੜੀ ਦਿਸ਼ਾ ਵੱਲ ਜਾ ਰਿਹਾ? ਨਾਰਥ ਈਸਟ ਵੱਲ ਜਾ ਰਿਹਾ। ਤਾਂ ਆਂਸਰ ਕੀ ਆਊਗਾ ਜੀ? ਨਾਰਥ ਈਸਟ ਆ ਜਾਊਗਾ। ਕਲੀਅਰ ਹੈ ਤੱਕ? ਸੋ ਅੱਗੇ ਆਪਣੇ ਕੋਲ ਕੀ ਹੈ ਕਿ ਆਈ ਐਮ ਫੇਸਿੰਗ ਵੈਸਟ, ਮੈਂ ਕਿੱਥੇ ਫੇਸ ਕਰ ਰੱਖਿਆ? ਵੈਸਟ ਵੱਲ। ਉਹ ਤੋਂ ਬਾਅਦ ਮੈਂ 45 ਡਿਗਰੀ ਕਿੱਧਰ ਘੁੰਮਿਆ? ਕਲੌਕਵਾਈਜ਼ ਦਿਸ਼ਾ ਦੇ ਵਿੱਚ। ਮੈਂ ਵੈਸਟ ਵੱਲ ਫੇਸ ਕਰ ਰੱਖਿਆ ਸੀਗਾ ਜੀ। 45 ਡਿਗਰੀ ਕਿੱਧਰ ਘੁੰਮਿਆ? ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ। ਤੇ ਉਹ ਤੋਂ ਬਾਅਦ 180 ਡਿਗਰੀ ਕਿੱਥੇ ਘੁੰਮਿਆ? ਸੇਮ ਦਾ ਮਤਲਬ ਦੁਬਾਰਾ ਕਲੌਕਵਾਈਜ਼ ਦੇ ਵਿੱਚ। ਉਹ ਤੋਂ ਬਾਅਦ 270 ਡਿਗਰੀ ਕਿੱਥੇ ਘੁੰਮਿਆ ਜੀ? ਮੈਂ ਐਂਟੀ ਕਲੌਕਵਾਈਜ਼। ਠੀਕ ਹੈ ਜੀ, ਆ ਦੇਖੋ, ਪਹਿਲਾਂ 45 ਡਿਗਰੀ ਘੁੰਮਿਆ, ਫਿਰ 180 ਡਿਗਰੀ ਸੇਮ ਡਾਇਰੈਕਸ਼ਨ, ਫਿਰ 270 ਡਿਗਰੀ ਐਂਟੀ ਕਲੌਕਵਾਈਜ਼। ਤਾਂ ਮੈਂ ਇਨ ਵਿਚ ਡਾਇਰੈਕਸ਼ਨ, ਮੈਂ ਹੁਣ ਕਿਹੜੀ ਦਿਸ਼ਾ ਵੱਲ ਫੇਸ ਕਰ ਰੱਖਿਆ ਹੈ? ਮੈਂ ਗਰੰਟੀ ਲੈਣ ਨੂੰ ਤਿਆਰ ਹਾਂ ਕਿ ਕਾਂਸਟੇਬਲ ਦੇ ਵਿੱਚ ਜਿੰਨਾ ਮੈਂ ਕਰਾਇਆ ਉਹ ਤੋਂ ਬਾਹਰ ਪੇਪਰ ਨਹੀਂ ਆਉਂਦਾ। ਇਹ ਗੱਲਾਂ ਸਾਰੇ ਕਹਿੰਦੇ ਨੇ, ਸਿੱਧੀ ਜੀ ਗੱਲ ਹੈ। ਰੀਜ਼ਨਿੰਗ ਦਾ ਸਿਲੇਬਸ ਬਹੁਤ ਥੋੜਾ ਹੈ, ਬਹੁਤ ਹੀ ਲਿਮਟਿਡ ਹੈ। ਕਾਂਸਟੇਬਲ 'ਚ ਉਹ ਤੋਂ ਵੀ ਲਿਮਟਿਡ ਹੈ। ਠੀਕ ਹੈ, ਤਾਂ ਹੁਣ ਮੈਂ ਕਹਾਂ ਕਿ ਮੇਰਾ ਹੀ ਕਰਾਇਆ ਹੋਇਆ ਹੈ ਜਾਂ ਪੇਪਰ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਲਾਈਵ ਹੋ ਜਾ ਕੇ ਆ ਦੇਖੋ ਮੇਰਾ ਕਰਾਇਆ ਹੋਇਆ ਹੈ, ਤਾਂ ਕਿਸੇ ਦਾ ਕਰਾਇਆ ਹੋਇਆ ਨਹੀਂ ਆਉਂਦਾ ਜੀ। ਹੁਣ ਚੀਜ਼ਾਂ ਹੀ ਚਾਰ ਨੇ ਤਾਂ ਉਹੀ ਆਉਣਗੀਆਂ ਘੁਮਾ ਫਿਰਾ ਕੇ। ਇੱਥੇ ਰੋਜ਼ ਹੀ ਸ਼ਾਮ ਨੂੰ ਲਾਈਵ ਹੋ ਜਾਂਦੇ ਨੇ, ਸਾਡਾ ਕਰਾਇਆ ਹੋਇਆ ਹੈ, ਸਾਡਾ ਕਰਾਇਆ ਹੋਇਆ ਹੈ। ਸਭ ਦੇ ਕਿਰਾਏ ਹੋਏ ਆਉਂਦੇ ਨੇ ਜੀ, ਜੇ ਪੜੋਗੇ ਤਾਂ ਹੀ ਆਉਣਗੇ। ਤਾਂ ਇੱਥੇ ਕੀ ਹੋਗਾ? ਕਲੌਕਵਾਈਜ਼ 180 ਤੇ 45 ਨੂੰ ਜੋੜ ਦਿਓ। ਠੀਕ ਹੈ, ਦੋਨੇ ਕਲੌਕਵਾਈਜ਼ ਨੂੰ ਆਪਸ ਦੇ ਵਿੱਚ ਜੋੜ ਲਓ, 180 ਨੂੰ ਤੇ 45 ਨੂੰ। 8 4 12 1 225 ਡਿਗਰੀ ਤੇ ਥੱਲੇ ਕੀ ਆਪਣੇ ਕੋਲ? 270 ਡਿਗਰੀ ਕੀ ਆਪਣੇ ਕੋਲੇ? ਐਂਟੀ ਕਲੌਕਵਾਈਜ਼। ਤਾਂ 270 ਐਂਟੀ ਕਲੌਕਵਾਈਜ਼ ਹੈ, 225 ਕਲੌਕਵਾਈਜ਼ ਹੈ। ਤਾਂ ਕੀ ਆ ਗਿਆ? ਤਾਂ 2 5, ਤਾਂ ਕਿੰਨਾ ਆ ਗਿਆ ਜੀ? 55 ਡਿਗਰੀ, ਜੇ ਮੈਂ ਗਲਤ ਨਹੀਂ ਕਰ ਰਿਹਾ। ਕਲੌਕਵਾਈਜ਼ 45 ਡਿਗਰੀ, 270 ਹੈ ਨਾ? ਹਾਂਜੀ, 45 ਡਿਗਰੀ, 5 8 4 12 1 1 ਤੇ 1 225 ਡਿਗਰੀ। ਤੇ ਇੱਥੇ ਕਿੰਨਾ ਸੀਗਾ? 270 ਡਿਗਰੀ। 10 ਚੋਂ 5 ਗਿਆ 4, ਸੌਰੀ 10 ਚੋਂ 5 ਗਿਆ 5, 10 ਚੋਂ 5 ਗਿਆ 5 ਤੇ 6 ਚੋਂ 2 ਗਿਆ 4। ਕਿੰਨਾ ਬਚਿਆ ਜੀ? 45 ਡਿਗਰੀ। ਕਿੰਨਾ ਬਚਿਆ? 45 ਡਿਗਰੀ। ਹੁਣ ਤੁਹਾਨੂੰ ਪਤਾ ਹੈ ਵੈਸਟ ਵੱਲ ਸੀਗਾ ਉਹ। ਵੈਸਟ ਕਿੱਧਰ ਨੂੰ ਹੁੰਦਾ ਜੀ? ਆ ਆਪਣੇ ਕੋਲ ਕੀ ਹੁੰਦਾ? ਵੈਸਟ ਹੁੰਦਾ। ਹੁਣ ਉਹਨੇ ਕੀ ਕਰਨਾ? 45 ਡਿਗਰੀ। ਹੁਣ ਦੇਖੋ 270 ਜਿਹੜਾ ਆਇਆ ਸੀ ਐਂਟੀ ਕਲੌਕਵਾਈਜ਼ ਸੀਗਾ, ਮਤਲਬ ਲੈਫਟ ਸੀਗਾ। ਤਾਂ ਹੁਣ 45 ਡਿਗਰੀ ਲੈਫਟ ਹੀ ਮੁੜੂਗਾ। ਤਾਂ ਇਹਦਾ 45 ਡਿਗਰੀ ਲੈਫਟ ਕਿੱਧਰ ਨੂੰ ਹੋਊਗਾ ਜੀ? ਇੱਧਰ ਨੂੰ ਹੋਊਗਾ। ਤੇ ਇਹ ਦਿਸ਼ਾ ਕਿਹੜੀ ਹੋਊਗੀ ਜੇ ਮੈਂ ਗੱਲ ਕਰਾਂ? ਤਾਂ ਆਹ ਕਿਹੜੀ ਹੁੰਦੀ ਹੈ ਆਪਣੇ ਕੋਲੇ? ਵੈਸਟ। ਆਹ ਕਿਹੜੀ ਹੁੰਦੀ ਹੈ ਆਪਣੇ ਕੋਲੇ? ਸਾਊਥ। ਤਾਂ ਆਂਸਰ ਆਊਗਾ ਜੀ ਸਾਊਥ ਵੈਸਟ ਦਿਸ਼ਾ ਦੇ ਵਿੱਚ ਉਹ ਜਾ ਰਿਹਾ। ਜੇ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ, ਇੱਕ ਵਾਰੀ ਹੋਰ ਦੇਖ ਲਓ, ਕੋਈ ਡਾਊਟ ਹੈ ਮੈਨੂੰ ਦੱਸ ਦਿਓ। ਇਹਦੀ PDF ਜਿਹੜਾ ਵੀ ਬੱਚਾ ਪੇਡ ਹੋਊਗਾ ਉਹਨੂੰ ਮਿਲ ਜੂਗੀ ਪੂਰੀ ਦੀ ਪੂਰੀ। ਇਹ ਤੋਂ ਇਲਾਵਾ ਵੀ ਕੁਐਸਚਨ ਮਿਲਣਗੇ। ਠੀਕ ਹੈ ਜੀ, ਅੱਗੇ ਕੁਐਸਚਨ ਕੀ ਹੈ? ਫਿਰ ਉਹੀ ਕੁਐਸਚਨ ਕਿ ਇਨ ਵਿਚ ਡਾਇਰੈਕਸ਼ਨ ਸ਼ੁੱਡ ਹੀ ਗੋ, ਹੁਣ ਉਹਨੂੰ ਕਿੱਧਰ ਜਾਣਾ ਚਾਹੀਦਾ ਹੈ? ਪੀ ਸਟਾਰਟਡ ਫਰੋਮ ਹਿਸ ਹਾਊਸ ਟੁਵਾਰਡ ਵੈਸਟ। ਸਭ ਤੋਂ ਪਹਿਲਾਂ ਉਹ ਕਿੱਧਰ ਗਿਆ ਜੀ? ਵੈਸਟ ਵੱਲ ਗਿਆ।
ਤਾਂ ਉਰੇ ਵੈਸਟ ਲਿਖ ਲਓ। ਜਦੋਂ ਆਪਾਂ ਵੱਡੇ ਵੱਡੇ ਕੁਐਸਚਨ ਕਰਦੇ ਹਾਂ ਤਾਂ ਜ਼ਰੂਰੀ ਨਹੀਂ ਵੀ ਪੂਰੇ ਦਾ ਪੂਰਾ ਵੈਸਟ ਪਾਣਾ, ਤਾਂ ਉਰੇ ਇਕੱਲਾ ਕੀ ਲਿਖ ਲਓ, ਵੈਸਟ ਲਿਖ ਲਓ। ਉਹ ਤੋਂ ਬਾਅਦ ਆਫਟਰ ਵਾਕਿੰਗ ਡਿਸਟੈਂਸ 25 ਮੀਟਰ ਹੀ ਟਰਨ ਟੂ ਹਿਜ਼ ਰਾਈਟ, ਉਹ ਤੋਂ ਬਾਅਦ ਉਹ ਕਿੱਧਰ ਮੁੜਿਆ, ਰਾਈਟ। ਉਹ 10 ਮੀਟਰ ਗਿਆ, ਲੋਡ ਨਹੀਂ, ਹੀ ਅਗੇਨ ਟਰਨ ਟੂ ਹਿਜ਼ ਰਾਈਟ, ਉਹ ਤੋਂ ਬਾਅਦ ਫੇਰ ਰਾਈਟ ਮੁੜਿਆ। ਵਾਕਡ ਆਫਟਰ 15 ਮੀਟਰ, ਤੇ ਉਹ ਤੋਂ ਬਾਅਦ ਉਹ ਕਿੰਨਾ ਮੁੜਿਆ, 135 ਡਿਗਰੀ। ਠੀਕ ਹੈ ਜੀ, ਕਿੰਨਾ ਮੁੜਿਆ, 135 ਡਿਗਰੀ ਟਰਨ ਟੂ ਹਿਜ਼ ਰਾਈਟ। 135 ਡਿਗਰੀ ਵੀ ਕਿੱਥੇ ਮੁੜਿਆ ਜੀ, ਰਾਈਟ ਦੇ ਵਿੱਚ ਮੁੜਿਆ। ਤੇ ਪਤਾ ਕਰੋ ਹੁਣ ਉਹ ਕਿਹੜੀ ਦਿਸ਼ਾ ਵਿੱਚ ਜਾ ਰਿਹਾ ਹੈ। ਪਹਿਲਾਂ ਤਾਂ ਦੇਖੋ ਤੁਹਾਨੂੰ ਪਤਾ ਹੈ ਕਿ ਜਦੋਂ ਵੈਸਟ ਹੈ, ਵੈਸਟ ਨੂੰ 2 ਵਾਰ ਰਾਈਟ ਘੁਮਾਓਗੇ, ਆ ਵੈਸਟ ਹੈ, ਇਹਦਾ 1 ਵਾਰ ਰਾਈਟ 2 ਵਾਰ ਰਾਈਟ, ਕੀ ਆ ਗਿਆ, ਈਸਟ। ਚਾਹੇ ਤਾਂ ਐ ਯਾਦ ਕਰ ਲਓ, ਚਾਹੇ ਇੱਥੇ ਸਾਈਡ ਤੇ ਲਿਖ ਲਓ ਕਿ 2 ਆਰ ਦਾ ਜਾਂ 2 ਲੈਫਟ ਦਾ ਮਤਲਬ ਕੀ ਹੁੰਦਾ ਹੈ, ਓਪੋਜ਼ਿਟ ਡਾਇਰੈਕਸ਼ਨ, ਵਿਰੋਧੀ ਦਿਸ਼ਾ। ਤਾਂ ਇੱਧਰ ਵੈਸਟ ਸੀ ਤਾਂ ਈਸਟ ਆਊਗਾ ਜਾਊਗਾ। ਹੁਣ ਇਹ ਈਸਟ ਵੱਲ ਜਾਣ ਲੱਗ ਗਿਆ, ਹੁਣ ਇਹਨੇ 135 ਡਿਗਰੀ ਸੱਜੇ ਪਾਸੇ ਘੁਮਾਣਾ, ਤਾਂ ਇਹਦਾ 135 ਡਿਗਰੀ ਕੀ ਹੋਊਗਾ, ਜੇ ਮੈਂ ਕਹਾਂ ਇਹ ਕੀ ਹੈ 0 ਡਿਗਰੀ, ਇਹ ਕੀ ਹੈ 90 ਡਿਗਰੀ, ਤਾਂ ਇਹ ਇੱਧਰਲੇ ਪਾਸੇ ਜਾਊਗਾ ਜੀ। ਆ ਦੇਖੋ, ਆ 0 ਆ 90, ਜਾਣਾ ਕਿਨੇ ਉੱਤੇ 135 ਡਿਗਰੀ, ਤਾਂ 135 ਡਿਗਰੀ ਆ ਹੋ ਗਿਆ। ਤੇ ਇਹ ਦਿਸ਼ਾ ਕਿਹੜੀ ਹੋਊਗੀ, ਇੱਥੇ ਜਿੱਥੋਂ ਖੜ ਕੇ ਜਾ ਰਿਹਾ ਉੱਥੇ ਦੇਖ ਲਓ, ਤਾਂ ਇਹ ਕਿਹੜੀ ਹੋਊਗੀ ਦਿਸ਼ਾ, ਵੈਸਟ ਸਾਊਥ। ਤਾਂ ਸਾਊਥ ਵੈਸਟ ਕੀ ਹੋ ਗਿਆ ਜੀ, ਆਪਣਾ ਆਨਸਰ ਹੋ ਗਿਆ। ਇਹ ਮੈਨ ਇਜ਼ ਫੇਸਿੰਗ ਨਾਰਥ ਵੈਸਟ, ਕਿੱਧਰ ਦੇਖ ਰਿਹਾ ਜੀ, ਉਹ ਨਾਰਥ ਵੈਸਟ ਵਾਲੇ ਪਾਸੇ, ਨਾਰਥ ਵੈਸਟ ਲਿਖ ਲਿਆ। ਉਹ ਤੋਂ ਬਾਅਦ 90 ਡਿਗਰੀ ਕਲੌਕਵਾਈਜ਼ ਘੁੰਮਿਆ, 90 ਡਿਗਰੀ ਕਲੌਕਵਾਈਜ਼ ਘੁੰਮਿਆ, 180 ਡਿਗਰੀ, ਠੀਕ ਹੈ, 180 ਡਿਗਰੀ ਐਂਟੀ ਕਲੌਕਵਾਈਜ਼ ਘੁੰਮਿਆ, 180 ਡਿਗਰੀ ਐਂਟੀ ਕਲੌਕਵਾਈਜ਼ ਘੁੰਮਿਆ। ਉਹ ਤੋਂ ਬਾਅਦ ਅਨਦਰ 90 ਡਿਗਰੀ ਸੇਮ ਡਾਇਰੈਕਸ਼ਨ, ਸੇਮ ਦਾ ਮਤਲਬ ਐਂਟੀ ਕਲੌਕਵਾਈਜ਼, ਜਿਹੜੀ ਪਹਿਲਾਂ ਘੁੰਮਿਆ 90 ਡਿਗਰੀ ਐਂਟੀ ਕਲੌਕਵਾਈਜ਼ ਘੁੰਮਿਆ। ਤਾਂ ਵਿਚ ਡਾਇਰੈਕਸ਼ਨ ਹੀ ਇਜ਼ ਫੇਸਿੰਗ ਨਾਓ, ਦੇਖੋ ਤੁਸੀਂ ਐਂ ਵੀ ਕਰ ਸਕਦੇ ਹੋ, ਕਲੌਕਵਾਈਜ਼ ਨੂੰ ਅਲੱਗ ਰੱਖ ਲਓ 90 ਡਿਗਰੀ ਨੂੰ, ਤੇ 180 ਤੇ 90 ਜਦੋਂ ਦੋੜੋਗੇ ਤਾਂ 270 ਬਣ ਜਾਊਗਾ, ਮਾਈਨਸ ਕਰਕੇ ਕੀ ਆ ਜਾਊਗਾ 180 ਡਿਗਰੀ ਐਂਟੀ ਕਲੌਕਵਾਈਜ਼, ਕਿਉਂਕਿ ਐਂਟੀ ਕਲੌਕਵਾਈਜ਼ ਵੱਡਾ ਹੈ। ਤੇ ਤੁਹਾਨੂੰ ਪਤਾ ਹੈ 180 ਡਿਗਰੀ ਕੀ ਹੁੰਦਾ, ਤਾਂ ਕਿੱਧਰ ਜਾ ਰਿਹਾ ਸੀ, ਨਾਰਥ ਵੈਸਟ ਵਾਲੇ ਪਾਸੇ। ਨਾਰਥ ਵੈਸਟ ਕਿੱਧਰ ਨੂੰ ਹੁੰਦਾ ਜੀ, ਇੱਧਰ ਨੂੰ। ਇਹਦਾ 180 ਡਿਗਰੀ ਇੱਧਰ ਨੂੰ, 180 ਡਿਗਰੀ ਆਹੀ ਕੋਣ ਬਣਦਾ ਨਾ, ਆ ਪੂਰੇ ਦਾ ਪੂਰਾ 180 ਡਿਗਰੀ ਹੋਊਗਾ, ਤਾਂ ਇਹ ਕਿਹੜੀ ਹੋਊਗੀ, ਸਾਊਥ ਈਸਟ। ਇਹਨੂੰ ਐਂ ਵੀ ਕਰ ਸਕਦੇ। ਦੂਜਾ ਕੀ ਹੈ, ਇੱਥੇ ਆ ਸਿੱਧਾ ਹੀ ਕੱਟ ਗਿਆ ਕਲੌਕਵਾਈਜ਼ ਨਾਲ, ਐਂਟੀ ਕਲੌਕਵਾਈਜ਼ ਸਿੱਧਾ ਹੀ ਕੱਟ ਗਿਆ, 90 90 ਦਾ ਕੀ ਬਚ ਗਿਆ 180 ਡਿਗਰੀ ਐਂਟੀ ਕਲੌਕਵਾਈਜ਼। ਤੇ 180 ਦਾ ਮਤਲਬ ਵੀ ਚਾਹੇ 2 ਆਰ ਕਹਿ ਲਓ, ਚਾਹੇ 2 ਲੈਫਟ ਕਹਿ ਲਓ, ਉਹੀ ਚੀਜ਼ ਹੁੰਦੀ ਹੈ, ਠੀਕ ਹੈ। 180 ਵੀ ਕੀ ਹੁੰਦਾ ਹੈ, ਸੇਮ ਹੀ ਚੀਜ਼ ਹੁੰਦੀ ਹੈ। ਤਾਂ ਇਹਦਾ ਆਨਸਰ ਕੀ ਆ ਗਿਆ, ਸਾਊਥ ਈਸਟ ਕੀ ਆ ਗਿਆ, ਇਹਦਾ ਆਨਸਰ ਆ ਗਿਆ। ਅਮਿਤ ਸਟਾਰਟ ਵਾਕਿੰਗ ਪੋਜੀਸ਼ਨਿੰਗ ਹਿਜ਼ ਬੈਕ ਟੁਵਾਰਡ ਦਾ ਸਨ, ਅਮਿਤ ਆਪਣੀ ਪਿੱਠ ਸੂਰਜ ਵੱਲ ਕਰਕੇ ਲੈ ਕੇ ਗਿਆ। ਹੁਣ ਉਹਦੀਆਂ 2 ਚੀਜ਼ਾਂ ਬਣ ਸਕਦੀਆਂ ਨੇ ਜੀ, ਇੱਕ ਤਾਂ ਸੂਰਜ ਇੱਥੇ ਹੋਊਗਾ ਤਾਂ ਉਹ ਇੱਧਰ ਜਾ ਰਿਹਾ ਹੋਣਾ, ਜੇ ਸੂਰਜ ਇੱਥੇ ਹੋਇਆ ਤਾਂ ਉਹ ਇੱਧਰ ਜਾ ਰਿਹਾ ਹੋਣਾ, 2 ਹੀ ਪੋਸੀਬਿਲਿਟੀਆਂ ਨੇ, ਠੀਕ ਹੈ। ਜਦੋਂ ਸੂਰਜ ਉੱਪਰ ਹੋਊਗਾ ਥੱਲੇ ਨੂੰ ਤਾਂ ਉਹ ਜਾ ਨਹੀਂ ਸਕਦਾ। ਆਫਟਰ ਸਮ ਟਾਈਮ ਹੀ ਟਰਨ ਟੂ ਹਿਜ਼ ਲੈਫਟ, ਜੇ ਇੱਧਰ ਨੂੰ ਜਾ ਰਿਹਾ ਤਾਂ ਉਹ ਇੱਧਰ ਮੁੜਿਆ ਹੋਣਾ, ਜੇ ਇੱਧਰ ਨੂੰ ਜਾ ਰਿਹਾ ਤਾਂ ਉਹ ਇੱਧਰ ਮੁੜਿਆ ਹੋਣਾ, ਕਿਉਂਕਿ ਲੈਫਟ ਮੁੜਿਆ ਉਹ। ਦੈਨ ਟਰਨ ਟੂ ਹਿਜ਼ ਰਾਈਟ, ਉਹ ਤੋਂ ਬਾਅਦ ਉਹ ਰਾਈਟ ਮੁੜਿਆ, ਜੇ ਇੱਧਰ ਜਾ ਰਿਹਾ ਹੋਣਾ ਤਾਂ ਇਹਦਾ ਰਾਈਟ ਇੱਧਰ ਨੂੰ ਹੁੰਦਾ, ਇੱਧਰ ਜਾ ਰਿਹਾ ਹੋਣਾ ਤਾਂ ਇਹਦਾ ਰਾਈਟ ਇੱਧਰ ਨੂੰ ਹੁੰਦਾ, ਰਾਈਟ। ਐਂਡ ਉਹ ਤੋਂ ਬਾਅਦ ਕਿੱਥੇ ਮੁੜਿਆ ਜੀ, ਫਿਰ ਲੈਫਟ ਮੁੜਿਆ। ਇਹਦਾ ਲੈਫਟ ਕਿੱਧਰ ਹੋਊਗਾ, ਉੱਪਰ ਨੂੰ ਜੀ, ਇਹਦਾ ਲੈਫਟ ਕਿੱਧਰ ਹੋਊਗਾ, ਥੱਲੇ ਨੂੰ। ਤਾਂ ਉਹ ਕਿਹੜੀ ਦਿਸ਼ਾ ਵਿੱਚ ਜਾ ਰਿਹਾ, ਜੇ ਆਪਾਂ ਇਹ ਲੈ ਕੇ ਚੱਲੀਏ ਤਾਂ ਨਾਰਥ ਵੱਲ ਜਾ ਰਿਹਾ, ਇਹ ਲੈ ਕੇ ਚੱਲੀਏ ਤਾਂ ਸਾਊਥ ਵੱਲ ਜਾ ਰਿਹਾ। ਤਾਂ ਆਪਣੇ ਕੋਲੇ ਨਾਰਥ ਔਰ ਸਾਊਥ 2 ਆਨਸਰ ਆ ਸਕਦੇ ਨੇ, ਵੀ ਕੋਈ ਵੀ ਦਿਸ਼ਾ ਵੱਲ ਜਾ ਸਕਦਾ ਹੈ। ਦੂਜਾ ਕੀ ਸੀਗਾ, ਪਹਿਲੀ ਵਾਰੀ ਇਹਨੂੰ ਇੱਧਰ ਲੈ ਲਓ, ਈਸਟ ਲੈ ਲਓ, ਦੂਜੀ ਵਾਰੀ ਵੈਸਟ ਲੈ ਲਓ, ਠੀਕ ਹੈ। ਜੇ ਆਪਾਂ ਦੂਜੇ ਤਰੀਕੇ ਨਾਲ ਕਰੀਏ ਵੀ ਇੱਕ ਵਾਰੀ ਉਹ ਈਸਟ ਵੱਲ ਜਾ ਰਿਹਾ, ਇੱਕ ਵਾਰੀ ਉਹ ਵੈਸਟ ਵੱਲ ਜਾ ਰਿਹਾ, ਕਿੱਥੇ ਮੁੜਿਆ ਸਭ ਤੋਂ ਪਹਿਲਾਂ, ਉਹ ਕਿੱਧਰ ਗਿਆ, ਲੈਫਟ, ਫਿਰ ਰਾਈਟ, ਫਿਰ ਲੈਫਟ, ਲੈਫਟ ਰਾਈਟ ਲੈਫਟ, ਲੈਫਟ ਰਾਈਟ ਲੈਫਟ, ਦੋਨੇ ਮਾਰ ਕੇ ਚਲੋ, ਲੈਫਟ ਨਾਲ ਰਾਈਟ ਕੱਟ ਗਿਆ, ਲੈਫਟ ਨਾਲ ਰਾਈਟ, ਕੀ ਬਚ ਗਿਆ ਇਕੱਲਾ ਲੈਫਟ, ਲੈਫਟ ਬਚ ਗਿਆ। ਈਸਟ ਦਾ ਲੈਫਟ ਕੀ ਹੁੰਦਾ, ਨਾਰਥ, ਵੈਸਟ ਦਾ ਲੈਫਟ ਕੀ ਹੁੰਦਾ, ਸਾਊਥ। ਤਾਂ ਦੋਨੇ ਤਰੀਕਿਆਂ ਤੁਹਾਡਾ ਆਨਸਰ ਆ ਜਾਊਗਾ। ਅੱਗੇ ਕੀ ਉਹਨੇ ਕੀ ਕਿਹਾ, ਆਫਟਰ ਵਾਕਿੰਗ 6 ਕਿਲੋਮੀਟਰ ਆਈ ਟਰਨ ਟੂ ਰਾਈਟ। ਹੁਣ ਇੱਥੇ ਦੇਖੋ ਉਹਨੇ ਕੀ ਕਿਹਾ, ਇਨ ਵਿਚ ਡਾਇਰੈਕਸ਼ਨ ਆਈ ਡਿਡ ਸਟਾਰਟ ਮਾਈ ਜਰਨੀ। ਵੈਸੇ ਪੰਜਾਬ ਦੇ ਪੇਪਰਾਂ 'ਚ ਆਹ ਲੈਵਲ ਦਾ ਕੁਐਸਚਨ ਨਹੀਂ ਆਉਂਦਾ, ਪਰ ਸਮਝ ਲਓ ਕੀ ਹੈ। ਹੁਣ ਤੱਕ ਕੀ ਕਹਿ ਰਿਹਾ ਸੀਗਾ, ਹੁਣ ਤੱਕ ਉਹ ਇਹ ਕਹਿ ਰਿਹਾ ਸੀਗਾ ਕਿ ਉੱਪਰ ਮੈਨੂੰ ਕੋਈ ਦਿਸ਼ਾ ਦੇਤੀ, ਰਾਈਟ ਲੈਫਟ ਘੁੰਮਿਆ ਮੈਂ, ਥੱਲੇ ਵਾਲੀ ਮੈਨੇ ਪਤਾ ਕਰਨੀ ਸੀ। ਹੁਣ ਤੱਕ ਉਹ ਇਹ ਕਹਿ ਰਿਹਾ ਸੀ। ਹੁਣ ਇਹ ਕੁਐਸਚਨ ਨੂੰ ਧਿਆਨ ਨਾਲ ਪੜੋਗੇ, ਕੀ ਕਹਿ ਰਿਹਾ ਉਹ, ਮੈਂ ਉੱਤਰ ਵੱਲ ਵਧ ਰਿਹਾ ਸੀ ਲਾਸਟ ਦੇ ਵਿੱਚ, ਠੀਕ ਹੈ। ਆਪਣੀ ਯਾਤਰਾ ਕਿਸ ਦਿਸ਼ਾ ਤੋਂ ਸ਼ੁਰੂ ਕੀਤੀ, ਹੁਣ ਲਾਸਟ ਦੱਸਦਾ, ਸ਼ੁਰੂ ਪਤਾ ਕਰਨਾ, ਠੀਕ ਹੈ। ਤਾਂ ਆਪਾਂ ਨੇ ਸ਼ੁਰੂ ਪਤਾ ਕਰਨਾ ਹੈ। ਸਭ ਤੋਂ ਪਹਿਲਾਂ ਉਹ ਕਿੱਧਰ ਗਿਆ, 6 ਕਿਲੋਮੀਟਰ ਤੁਰਿਆ, ਤੇ ਉਹ ਤੋਂ ਬਾਅਦ ਕਿੱਧਰ ਮੁੜਿਆ ਜੀ, ਉਹ ਰਾਈਟ ਮੁੜਿਆ। ਰਾਈਟ ਮੁੜਨ ਤੋਂ ਬਾਅਦ ਉਹ ਤੋਂ ਬਾਅਦ ਕਿੱਥੇ ਗਿਆ, ਉਹ ਲੈਫਟ ਮੁੜਿਆ। ਲੈਫਟ ਮੁੜਨ ਤੋਂ ਬਾਅਦ ਕਿੱਥੇ ਗਿਆ, ਉਹ ਨਾਰਥ, ਠੀਕ ਹੈ ਜੀ। ਸਭ ਤੋਂ ਪਹਿਲਾਂ ਦੇਖੋ 6 ਕਿਲੋਮੀਟਰ ਕਿਸੇ ਦਿਸ਼ਾ ਵੱਲ ਗਿਆ, ਉਹ ਤੋਂ ਬਾਅਦ ਉਹ ਰਾਈਟ ਮੁੜਿਆ, ਦੈਨ ਵਾਕ 2 ਕਿਲੋਮੀਟਰ ਗਿਆ, ਉਹ ਤੋਂ ਬਾਅਦ ਉਹ ਕਿੱਥੇ ਮੁੜਿਆ, ਲੈਫਟ ਮੁੜਿਆ, ਉਹ ਤੋਂ ਬਾਅਦ 10 ਕਿਲੋਮੀਟਰ ਗਿਆ, ਤੇ ਅਖੀਰ ਦੇ ਵਿੱਚੋਂ ਕਿਹੜੀ ਦਿਸ਼ਾ ਵਿੱਚ ਜਾ ਰਿਹਾ ਸੀਗਾ, ਨਾਰਥ ਦਿਸ਼ਾ ਦੇ ਵਿੱਚ ਜਾ ਰਿਹਾ ਸੀਗਾ। ਅਖੀਰ ਦੇ ਵਿੱਚੋਂ ਨਾਰਥ ਦਿਸ਼ਾ 'ਚ ਜਾ ਰਿਹਾ ਸੀਗਾ। ਤਾਂ ਉਹਨੇ ਜਿਹੜੀ ਜਰਨੀ ਸ਼ੁਰੂ ਕੀਤੀ ਹੋਊਗੀ ਉਹ ਵੀ ਨਾਰਥ ਤੋਂ ਹੀ ਕੀਤੀ ਹੈ, ਕਿਉਂਕਿ ਲੈਫਟ ਨਾਲ ਰਾਈਟ ਕੱਟ ਗਿਆ, ਤੇ ਇੱਥੇ ਕੀ ਬਚ ਗਿਆ, ਨਾਰਥ ਹੀ ਬਚ ਗਿਆ। ਇੱਥੇ ਕੀ ਬਚ ਗਿਆ, ਨਾਰਥ ਹੀ ਬਚ ਗਿਆ। ਦੇਖ ਵੀ ਸਕਦੇ ਹੋ, ਜੇ ਉਹ ਨਾਰਥ ਵੱਲ ਜਾ ਰਿਹਾ ਹੋਣਾ ਤਾਂ ਉਹ ਪਹਿਲਾਂ ਰਾਈਟ ਗਿਆ, ਫਿਰ ਉਹ ਲੈਫਟ ਗਿਆ, ਤਾਂ ਦੇਖੋ ਫਿਰ ਨਾਰਥ ਵੱਲ ਹੀ ਆ ਗਿਆ। ਤਾਂ ਕਰਕੇ ਆਪਣਾ ਆਨਸਰ ਬਿਲਕੁਲ ਸਹੀ ਹੈ। ਪਰ ਜੇ ਮੈਂ ਕਹਾਂ ਕਿ ਇੱਥੇ ਆਪਾਂ ਨੂੰ ਪਤਾ ਨਾ ਹੁੰਦਾ, ਇਹ 2 ਵਾਰ ਰਾਈਟ 1 ਵਾਰ ਲੈਫਟ ਮੁੜਿਆ ਤੇ ਫਿਰ ਨਾਰਥ ਵੱਲ ਗਿਆ ਹੁੰਦਾ,
ਫਿਰ ਤੁਸੀਂ ਕੀ ਕਰਦੇ, ਫਿਰ ਤੁਸੀਂ ਕੀ ਕਰਦੇ, ਰਾਈਟ ਨਾਲ ਲੈਫਟ ਕੱਟ ਗਿਆ, ਇੱਥੇ ਕੀ ਬਚਿਆ ਤੁਹਾਡੇ ਕੋਲੇ, ਰਾਈਟ। ਕਦੇ ਵੀ ਜਦੋਂ ਥੱਲੋਂ ਉੱਪਰ ਨੂੰ ਜਾ ਰਹੇ ਹੁੰਦੇ ਆ ਆਪਾਂ, ਥੱਲੇ ਵਾਲੀ ਦਿਸ਼ਾ ਤੋਂ ਉੱਪਰ ਵਾਲੀ ਦਿਸ਼ਾ ਤੱਕ ਲੈ ਕੇ ਜਾਣਾ ਹੈ, ਤਾਂ ਆਪਾਂ ਕੀ ਕਰਦੇ ਹਾਂ, ਰਾਈਟ ਨੂੰ ਲੈਫਟ ਦੇ ਵਿੱਚ ਬਦਲ ਦਿੰਦੇ ਆ। ਬਹੁਤ ਇੰਪੋਰਟੈਂਟ ਹੈ, ਜਦੋਂ ਥੱਲੇ ਤੋਂ ਉੱਪਰ ਨੂੰ ਜਾਣਾ ਤਾਂ ਰਾਈਟ ਨੂੰ ਲੈਫਟ 'ਚ ਬਦਲ ਦਾਂਗੇ, ਤਾਂ ਨਾਰਥ ਦਾ ਕੀ ਕਰ ਦਾਂਗੇ ਆਪਾਂ, ਲੈਫਟ। ਦਾ ਆਨਸਰ ਕੀ ਆਊਗਾ ਜੀ ਇੱਥੇ, ਵੈਸਟ। ਠੀਕ ਹੈ, 2 ਰਾਈਟ ਹੁੰਦੇ 2 ਲੈਫਟ ਕਰ ਦਿੰਦੇ, 3 ਰਾਈਟ ਹੁੰਦੇ 3 ਲੈਫਟ ਕਰ ਦਿੰਦੇ। ਤਾਂ ਥੱਲੋਂ ਜਦੋਂ ਉੱਪਰ ਨੂੰ ਜਾਂਦੇ ਆ ਤਾਂ ਆਪਾਂ ਜੋ ਵੀ ਬਚਦਾ ਉਹਦਾ ਕੀ ਕਰ ਦਿੰਦੇ ਆ, ਉਲਟ ਕਰ ਦਿੰਦੇ ਆ, ਰਾਈਟ ਦਾ ਲੈਫਟ, ਲੈਫਟ ਦਾ ਰਾਈਟ। ਤਾਂ ਉਰੇ ਆਪਣੇ ਕੋਲ ਕੀ ਸੀ, ਨਾਰਥ, ਨਾਰਥ ਦਾ ਲੈਫਟ ਕੀ ਹੋਊਗਾ, ਵੈਸਟ। ਤੇ ਇਹਦਾ ਮਤਲਬ ਸ਼ੁਰੂ ਵੱਲ ਜਦੋਂ ਸ਼ੁਰੂ ਕੀਤੀ ਹੋਈ ਉਹਨੇ ਕੋਈ ਵੀ ਦਿਸ਼ਾ ਸ਼ੁਰੂ ਕੀਤੀ ਹੋਣੀ ਤਾਂ ਉਹ ਕਿਹੜੀ ਦਿਸ਼ਾ ਸੀਗੀ, ਵੈਸਟ। ਤੇ ਅਖੀਰ ਦੇ ਵਿੱਚ ਕਿੱਥੇ ਪਹੁੰਚ ਗਿਆ, ਫਿਰ ਉਹ ਨਾਰਥ। ਰੀਚੈਕ ਕਰ ਸਕਦੇ ਜਿਵੇਂ ਵੈਸਟ ਹੈ, ਵੈਸਟ ਨੂੰ ਪਹਿਲਾਂ ਰਾਈਟ ਮੋੜਿਆ, ਫਿਰ ਆਪਾਂ ਨੇ ਫਿਰ ਰਾਈਟ ਮੋੜਿਆ, ਫਿਰ ਲੈਫਟ ਮੋੜਿਆ। ਦੇਖੋ ਨਾਰਥ ਆਨਸਰ ਆ ਰਿਹਾ ਨਾ, ਤੁਸੀਂ ਰੀਚੈਕ ਵੀ ਕਰ ਸਕਦੇ ਹੋ ਆਪਣੇ ਆਪ। ਵਰੁਣ ਡਰੋਵ ਹਿਸ ਕਾਰ ਫॉर 80 ਕਿਲੋਮੀਟਰ ਡਿਊ ਨਾਰਥ। ਵਰੁਣ ਆਪਣੀ ਕਾਰ, ਦੇਖੋ ਪਹਿਲਾਂ ਇਹ ਦੇਖੋ, ਹਾਊ ਫਾਰ ਡੂ ਯੂ ਥਿੰਕ ਹੀ ਐਕਚੁਅਲੀ ਡਰੋਵ ਹਿਸ ਕਾਰ ਫਰੋਮ ਦਾ ਇਨੀਸ਼ੀਅਲ ਪੁਆਇੰਟ। ਇੱਥੇ ਕੁਐਸਚਨ ਬਦਲ ਗਿਆ, ਕੀ ਹੈ ਤੁਸੀਂ ਸੋਚ, ਉਹਨੇ ਅਸਲ ਵਿੱਚ ਸ਼ੁਰੂਆਤੀ ਸਥਿਤੀ ਤੋਂ ਆਪਣੀ ਕਾਰ ਕਿੰਨੀ ਦੂਰ ਚਲਾਈ ਸੀ। ਕੁਐਸਚਨ ਬਦਲ ਗਿਆ ਨਾ, ਹੁਣ ਕੁਐਸਚਨ ਉਹ ਨਹੀਂ ਰਿਹਾ, ਹੁਣ ਕੁਐਸਚਨ ਬਦਲ ਗਿਆ। ਹੁਣ ਆਪਾਂ ਉਵੇਂ ਨਹੀਂ ਕਰ ਸਕਦੇ, ਹੁਣ ਆਪਾਂ ਕਿਵੇਂ ਕਰਾਂਗੇ, ਉਹਨੇ ਸਭ ਤੋਂ ਪਹਿਲਾਂ 80 ਕਿਲੋਮੀਟਰ ਕਾਰ ਕਿੱਧਰ ਚਲਾਈ, ਨਾਰਥ ਵੱਲ ਚਲਾਈ, 80 ਕਿਲੋਮੀਟਰ ਨਾਰਥ ਵੱਲ ਚਲਾਈ। ਉਹ ਤੋਂ ਬਾਅਦ ਉਹ ਖੱਬੇ ਗਿਆ ਤੇ ਕਿੰਨੀ ਚਲਾਈ, 100 ਚਲਾਈ, 100 ਚਲਾਤੀ। ਉਹ ਤੋਂ ਬਾਅਦ ਆਪਣੇ ਲੈਫਟ ਮੁੜਿਆ ਤੇ ਕਿੰਨੀ ਚਲਾਈ, 80 ਚਲਾਈ, 80 ਚਲਾਈ। ਠੀਕ ਹੈ ਜੀ, ਆ ਸਾਰਾ ਕੁਝ ਲਿਖਿਆ ਆਇਆ ਦੇਖੋ, 80 ਕਿਲੋਮੀਟਰ ਨਾਰਥ, ਉਹ ਤੋਂ ਬਾਅਦ ਲੈਫਟ ਮੁੜਿਆ, ਉਹ ਤੋਂ ਬਾਅਦ 100 ਕਿਲੋਮੀਟਰ ਚਲਾਈ, ਉਹ ਤੋਂ ਬਾਅਦ ਲੈਫਟ ਮੁੜਿਆ ਤੇ ਫਿਰ 80 ਕਿਲੋਮੀਟਰ ਚਲਾਈ। ਅਗੇਨ ਹੀ ਟਰਨ ਟੂ ਲੈਫਟ ਤੇ ਡਰੋਵ 120 ਮੀਟਰ। ਉਹ ਤੋਂ ਬਾਅਦ ਇੱਥੋਂ ਫਿਰ ਲੈਫਟ ਮੁੜਿਆ ਤੇ ਕਿੰਨੀ ਚਲਾਈ, 120। ਹੁਣ ਓਬਵੀਅਸ ਜੀ ਗੱਲ ਹੈ, ਜੇ 100 ਹੈ ਤਾਂ 120 ਤੋਂ ਟੱਪੂਗਾ ਹੀ ਟੱਪੂਗਾ। ਠੀਕ ਹੈ ਜੀ, ਹਾਊ ਫਾਰ ਡੂ ਯੂ ਥਿੰਕ ਹੀ ਐਕਚੁਅਲੀ ਡਰੋਵ ਹਿਸ ਕਾਰ ਫਰੋਮ, ਉਹ ਇਨੀਸ਼ੀਅਲ ਪੁਆਇੰਟ ਆ ਸੀ, ਇੱਥੇ ਉਹ ਪਹੁੰਚ ਗਿਆ, ਤਾਂ ਆਹ ਦੂਰੀ ਦੱਸਣੀ ਵੀ ਉਹਨੇ ਕਿੰਨੀ ਦੂਰੀ ਚਲਾਈ, ਐਕਚੁਅਲ ਦੇ ਵਿੱਚ ਉਹਨੇ ਕਿੰਨੀ ਦੂਰ ਚਲਾਇਆ। ਤਾਂ 100 ਆ ਸੀ, 120 ਆ ਕੁੱਲ ਸੀ, ਤਾਂ ਪਿੱਛੇ ਕਿੰਨਾ ਬਚ ਗਿਆ ਜੀ, ਇਕੱਲਾ 20। ਤਾਂ ਉਹਨੇ ਕਿੰਨਾ ਚਲਾਇਆ ਜੀ, ਸਿਰਫ 20 ਕਿਲੋਮੀਟਰ ਹੀ ਚਲਾਇਆ। ਐਕਚੁਅਲ ਦੇ ਵਿੱਚ ਉਹਨੇ ਕਿੰਨਾ ਚਲਾਇਆ, 20 ਕਿਲੋਮੀਟਰ। ਬਾਕੀ ਤਾਂ ਉਹ ਘੁੰਮ ਘੁਮਾ ਕੇ ਆਪਣੇ ਉਸੇ ਜਗ੍ਹਾ ਤੇ ਆ ਗਿਆ ਸੀ। ਠੀਕ ਹੈ, ਰਾਜੂ ਵਾਕ 80 ਮੀਟਰ ਸਾਊਥ। ਰਾਜੂ ਇੱਥੇ ਦੇਖੋ, ਫਿਰ ਉਹ ਆਪਣੇ ਘਰੋਂ ਕਿੰਨੀ ਦੂਰ ਹੈ, ਕਿੰਨੀ ਦੂਰ ਹੈ ਮਤਲਬ ਜਿੱਥੇ ਦੂਰੀ ਆ ਗਈ ਉੱਥੇ ਆਪਾਂ ਉਹ ਚੀਜ਼ ਨਹੀਂ ਲਗਾ ਸਕਦੇ। ਤਾਂ ਰਾਜੂ ਵਾਕ 80 ਮੀਟਰ ਸਾਊਥ, 80 ਪਹਿਲਾਂ ਉਹ ਸਾਊਥ ਤੇ ਗਿਆ, ਇੱਥੋਂ ਨੇ ਸਟਾਰਟ ਕੀਤਾ ਸੀਗਾ ਜੀ। ਠੀਕ ਹੈ, ਦੈਨ ਟਰਨ ਟੂ ਹਿਜ਼ ਰਾਈਟ ਤੇ ਸਟਾਰਟ ਵਾਕਿੰਗ ਸਟੇਟ ਟਿਲ ਕੰਪਲੀਟ 80 ਮੀਟਰ। ਠੀਕ ਹੈ, ਉਹ ਤੋਂ ਬਾਅਦ ਉਹ ਆਪਣੇ ਸੱਜੇ ਪਾਸੇ ਮੁੜਿਆ ਅਤੇ ਕਿੰਨਾ ਗਿਆ ਦੁਬਾਰਾ, 80। ਠੀਕ ਹੈ, ਟਰਨ ਟੂ ਹਿਜ਼ ਰਾਈਟ ਐਂਡ ਸਟਾਰਟ ਵਾਕਿੰਗ ਸਟ੍ਰੇਟ ਟਿਲ ਹੀ ਕੰਪਲੀਟ ਅਨਦਰ 80 ਮੀਟਰ। ਫਿਰ 80 ਮੀਟਰ ਕੰਪਲੀਟ ਕੀਤੇ। ਦੈਨ ਅਗੇਨ ਟਰਨ ਟੂ ਹਿਜ਼ ਲੈਫਟ, ਉਹ ਤੋਂ ਬਾਅਦ ਉਹ ਆਪਣੇ ਲੈਫਟ ਮੁੜਿਆ ਤੇ ਕਿੰਨਾ ਗਿਆ, 60 ਕਿਲੋਮੀਟਰ। ਲੈਫਟ ਦਾ ਕਿੱਧਰ ਹੋਊਗਾ, ਥੱਲੇ ਨੂੰ, 60 ਕਿਲੋਮੀਟਰ ਗਿਆ। ਦੈਨ ਹੀ ਟਰਨ ਟੂ ਹਿਜ਼ ਲੈਫਟ ਤੇ ਵਾਕ 80, ਫਿਰ ਉਹਨੇ ਲੈਫਟ ਮੁੜਿਆ ਤੇ 80। ਹੁਣ ਧਿਆਨ ਨਾਲ ਦੇਖੋ, ਜੇ ਆ 80 ਹੈ ਤਾਂ ਇਹ ਵੀ ਉਰੇ ਹੀ ਖਤਮ ਹੋਊਗਾ, ਤਾਂ ਆ ਵੀ ਆ ਕਿੰਨਾ ਹੋਊਗਾ, 60 ਹੋਊਗਾ। ਕਿਉਂ, ਕਿਉਂਕਿ ਆ ਵੀ 60 ਹੈ ਤਾਂ ਆ ਵੀ ਕਿੰਨਾ ਹੋਊਗਾ, 60। ਤਾਂ 80 ਤੇ 60 ਕਿੰਨਾ ਹੋ ਗਿਆ, 8 9 10 11 12 13 14 140 ਹੋ ਗਿਆ। ਉਹਨੇ ਕੀ ਪੁੱਛਿਆ, ਆਪਣੇ ਸਟਾਰਟਿੰਗ ਪੁਆਇੰਟ ਤੋਂ ਕਿੰਨੀ ਦੂਰ ਹੈ, ਤਾਂ ਸਟਾਰਟਿੰਗ ਪੁਆਇੰਟ ਸੀ, ਇੱਥੇ ਉਹ ਪਹੁੰਚ ਗਿਆ, ਤਾਂ ਇਹ ਡਿਸਟੈਂਸ ਕਿੰਨਾ ਹੈ, 140। ਤਾਂ ਆਨਸਰ ਕੀ ਆਊਗਾ ਜੀ, 140 ਮੀਟਰ। ਠੀਕ ਹੈ ਜੀ, ਅੱਜ ਆਪਾਂ ਜ਼ਿਆਦਾ ਨਹੀਂ ਕਰਦੇ, ਅੱਜ ਆਪਾਂ ਸਿਰਫ 15 ਸਵਾਲ ਹੀ ਕਰਾਂਗੇ, ਪਹਿਲੀ ਕਲਾਸ ਹੈ ਸੋ ਤਾਂ ਕਰਕੇ। ਕੱਲ ਨੂੰ ਆਪਾਂ ਅਗਲੇ ਸਵਾਲ ਕਰਾਂਗੇ। ਸੰਦੀਪ ਵਾਕ 60 ਮੀਟਰ ਟੂ ਈਸਟ। ਸੰਦੀਪ ਜਿਹੜਾ ਹੈ 60 ਮੀਟਰ ਕਿੱਧਰ ਗਿਆ ਜੀ, ਈਸਟ ਵੱਲ। ਹੁਣ ਪਹਿਲਾਂ ਕਿੱਧਰ ਗਿਆ ਉਹ, 60 ਮੀਟਰ ਈਸਟ ਵੱਲ ਗਿਆ, ਇੱਧਰ ਨੂੰ ਗਿਆ ਜੀ। ਦੈਨ ਹੀ ਟਰਨ ਟੂ ਹਿਜ਼ ਲੈਫਟ ਤੇ 50 ਮੀਟਰ ਗਿਆ। ਉਹ ਤੋਂ ਬਾਅਦ ਖੱਬੇ ਮੁੜਿਆ ਤੇ ਕਿੰਨਾ ਗਿਆ, 50 ਮੀਟਰ ਗਿਆ। ਦੈਨ ਟਰਨ ਰਾਈਟ ਤੇ ਵੈਂਟ 70, ਉਹ ਤੋਂ ਬਾਅਦ 70 ਗਿਆ ਇੱਧਰ ਨੂੰ ਜੀ। ਉਹ ਤੋਂ ਬਾਅਦ ਰਾਈਟ ਗਿਆ ਤੇ 50 ਗਿਆ। ਹੁਣ ਦੇਖੋ ਇੱਧਰ ਰਾਈਟ ਗਿਆ 50, ਉਰੇ ਆ ਜਾਊਗਾ ਜੀ, ਇਹ ਆ ਜਾਊਗਾ ਆ ਚੀਜ਼। ਕਿਉਂ, ਕਿਉਂਕਿ ਆ ਵੀ 50 ਹੈ, ਆ ਵੀ 50 ਕਹਿਤੀ ਨਾ ਉਹਨੇ, ਆ 50 ਹੈ, ਤਾਂ ਉਹ ਸ਼ੁਰੂਆਤੀ ਪੁਆਇੰਟ ਤੋਂ ਕਿੰਨੀ ਦੂਰ ਆ, ਆ ਆਪਾਂ ਨੇ ਪਤਾ ਕਰਨਾ। 60 ਆ ਸੀ, ਜੇ 70 ਆ ਹੈ ਤਾਂ ਆ ਵੀ ਕਿੰਨਾ ਹੋਊਗਾ, 70 ਹੋਊਗਾ। ਕਿੰਨਾ ਹੋ ਗਿਆ, 6 6 12 ਤੇ 1 13, ਤਾਂ 130 ਮੀਟਰ। ਤਾਂ ਆਨਸਰ ਕੀ ਆ ਜਾਊਗਾ ਜੀ, 130 ਮੀਟਰ। ਅੱਗੇ ਹੋਰ ਵੀ ਔਖੇ ਸਵਾਲ ਆਉਣਗੇ, ਪਰ ਕਾਂਸਟੇਬਲ ਦੇ ਵਿੱਚ ਇਹ ਤੋਂ ਔਖਾ ਨਹੀਂ ਆਉਂਦਾ। ਇਹ ਮੈਨ ਵਾਕ 2 ਕਿਲੋਮੀਟਰ ਟੁਵਾਰਡ ਨਾਰਥ। ਇੱਕ ਬੰਦਾ 2 ਕਿਲੋਮੀਟਰ ਕਿੱਧਰ ਨੂੰ ਗਿਆ ਜੀ, ਨਾਰਥ ਨੂੰ ਗਿਆ, ਇੱਥੋਂ ਉਹਨੇ ਸਟਾਰਟ ਕੀਤਾ ਸੀ। ਦੈਨ ਉਹ ਟਰਨ ਕੀਤਾ ਕਿੱਧਰ, ਈਸਟ ਵੱਲ ਨੂੰ, ਤੇ 10 ਕਿਲੋਮੀਟਰ ਗਿਆ, ਈਸਟ ਵੱਲ ਟਰਨ ਕੀਤਾ ਤੇ 10 ਕਿਲੋਮੀਟਰ ਗਿਆ। ਠੀਕ ਹੈ ਜੀ, ਆਫਟਰ ਹੀ ਟਰਨ ਟੂ ਨਾਰਥ, ਆਫਟਰ ਦਿਸ ਹੀ ਟਰਨ, ਉਹ ਤੋਂ ਬਾਅਦ ਉਹ ਨਾਰਥ ਵੱਲ ਗਿਆ ਤੇ ਕਿੰਨਾ ਗਿਆ, 3 ਕਿਲੋਮੀਟਰ ਗਿਆ। ਅਗੇਨ ਹੀ ਟਰਨ ਟੂ ਈਸਟ ਐਂਡ ਵਾਕ 2 ਕਿਲੋਮੀਟਰ, ਉਹ ਤੋਂ ਬਾਅਦ ਫੇਰ ਈਸਟ ਗਿਆ ਤੇ 2 ਕਿਲੋਮੀਟਰ ਗਿਆ। ਤਾਂ ਹਾਊ ਫਾਰ ਹੀ ਫਰੋਮ ਦਾ ਸਟਾਰਟਿੰਗ ਪੁਆਇੰਟ, ਤਾਂ ਆ ਆਪਾਂ ਨੇ ਪਤਾ ਕਰਨਾ ਹੈ, ਇਹ ਕਿੰਨਾ ਹੈ। ਠੀਕ ਹੈ ਜੀ, ਆਹ ਚੀਜ਼ ਆਪਾਂ ਨੇ ਪਤਾ ਕਰਨੀ ਹੈ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੰਨਾ ਹੈ। ਹੁਣ ਇੱਥੇ ਲੱਗਦੀ ਆ ਪਾਈਥਾਗੋਰਸ ਥਿਓਰਮ। ਜੇ ਕਿਸੇ ਨੂੰ ਨਹੀਂ ਪਤਾ, ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਕਦੇ ਵੀ ਇਹ ਸਿਚੁਏਸ਼ਨ ਬਣ ਜਾਏ ਤਾਂ ਇੱਥੇ ਕੀ ਹੁੰਦਾ, P, ਇੱਥੇ ਕੀ ਹੁੰਦਾ, ਇੱਥੇ ਕੀ ਹੁੰਦਾ B, ਇੱਥੇ ਕੀ ਹੁੰਦਾ P। ਵੈਸੇ ਆਪਾਂ ਇੰਟਰਚੇਂਜ ਵੀ ਕਰ ਸਕਦੇ ਹਾਂ। ਇੱਥੇ ਹੁੰਦਾ H, ਇਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਕਰਨ, ਇਹਨੂੰ ਆਪਾਂ ਕਹਿੰਦੇ ਆ ਲੰਬ, ਇਹਨੂੰ ਆਪਾਂ ਕਹਿੰਦੇ ਆ ਆਧਾਰ। ਤਾਂ ਫਾਰਮੂਲਾ ਕੀ ਹੁੰਦਾ, ਆਧਾਰ ਦਾ ਸਕੁਅਰ ਪਲੱਸ ਲੰਬ ਦਾ ਸਕੁਅਰ ਇਜ਼ ਇਕੁਅਲ ਟੂ ਕਰਨ ਦਾ
ਸਕੁਆਇਰ। ਹੁਣ ਜੇ मैं ਇਹ ਕੁਐਸਚਨ ਨੂੰ ਲੈ ਕੇ ਚੱਲਾਂ ਇਹ ਤੇ ਪਾਈਥਾਗੋਰਸ ਕਿਵੇਂ ਲੱਗੂ, ਐਵੇਂ ਨਹੀਂ। ਆ ਕੀ ਆ ਆਪਣੇ ਕੋਲੇ, ਪਾਈਥਾਗੋਰਸ ਬਣ ਗਈ। ਆ ਕਿੰਨਾ ਸੀ 2, ਆ ਕਿੰਨਾ ਹੈ 5, 2 ਤੇ 3 ਕਿੰਨਾ ਹੋ ਗਿਆ 5, ਆ ਟੋਟਲ ਕਿੰਨਾ ਹੋ ਗਿਆ ਜੀ 5। ਆ ਕਿੰਨਾ ਸੀਗਾ 10, ਉਹ ਕਿੰਨਾ ਹੈ 2, ਤਾਂ ਆ ਕਿੰਨਾ ਹੋ ਗਿਆ 12, ਟੋਟਲ 12 ਹੋ ਗਿਆ ਨਾ। 10 ਆਹ 2 ਆਹ, ਤਾਂ ਇਹ ਬਣ ਗਈ ਆ ਫਾਰਮ। ਠੀਕ ਹੈ ਜੀ, ਆ ਬਣ ਗਈ ਆ ਹੁੰਦਾ 12, ਆ ਹੁੰਦਾ 5। ਠੀਕ ਹੈ ਜੀ। ਹੁਣ ਮੈਂ ਥੋੜਾ ਜਿਹਾ ਤੁਹਾਨੂੰ ਜਗ੍ਹਾ ਮਿਲਾ ਦਿਖਣੀ ਨਹੀਂ, ਮੈਂ ਇੱਕ ਵਾਰ ਇਰੇਜ਼ ਕਰ ਦਿੰਦਾ ਇਹਨੂੰ, ਫਿਰ ਆਪਾਂ ਦਿਖਾ ਲੈਂਦੇ। ਠੀਕ ਹੈ, ਉਦੋਂ ਤੱਕ ਸਮਝ ਗਏ ਵੀ ਆ ਆਪਣੇ ਕੋਲ ਕਿੰਨਾ ਆ ਗਿਆ 5, ਆ ਆਪਣੇ ਕੋਲ ਕਿੰਨਾ ਆ ਗਿਆ 12, ਆ ਆਪਾਂ ਨੇ ਪਤਾ ਕਰਨਾ ਹੈ। ਮੈਂ ਤੁਹਾਨੂੰ ਕਿਹਾ ਸੀ ਆਪਣੇ ਕੋਲੇ ਫਾਰਮੂਲਾ ਕੀ ਹੁੰਦਾ, ਆ ਮੈਨੇ ਕੀ ਕਿਹਾ ਸੀ। ਠੀਕ ਹੈ, ਆ ਚੀਜ਼ ਆ ਗਈ ਸੀ ਆਪਣੇ ਕੋਲੇ, ਆ ਆਪਣੇ ਕੋਲ 5 ਆ ਗਿਆ ਸੀ, ਆ ਆਪਣੇ ਕੋਲੇ 12 ਆ ਗਿਆ ਸੀ, ਆ ਆਪਾਂ ਨੇ ਪਤਾ ਕਰਨਾ ਹੈ। ਹੁਣ ਫਾਰਮੂਲਾ ਕੀ ਹੁੰਦਾ, ਫਾਰਮੂਲਾ ਹੁੰਦਾ ਆਪਣੇ ਕੋਲੇ 5 ਦੀ ਸਕੁਆਇਰ प्लस 12 ਦੀ ਸਕੁਆਇਰ ਇਜ਼ ਇਕੁਅਲ ਟੂ h ਦੀ ਸਕੁਆਇਰ। ਇਹ ਫਾਰਮੂਲਾ ਹੁੰਦਾ ਹੈ 5 5 25 12 12 144 ਇਜ਼ ਇਕੁਅਲ ਟੂ h ਦੀ ਸਕੁਆਇਰ। ਬਹੁਤ ਈਜ਼ੀ ਰੀਜ਼ਨਿੰਗ ਹੈ, ਕਿਸੇ ਨੇ ਵੀ ਟੈਨਸ਼ਨ ਨਹੀਂ ਲੈਣੀ, ਐਂ ਕਰ ਦੂੰਗੇ। ਤਾਂ 25 ਤੇ 144 ਹੁੰਦੇ ਨੇ 169 ਇਜ਼ ਇਕੁਅਲ ਟੂ h ਦੀ ਸਕੁਆਇਰ। ਇਹ ਹੁੰਦਾ ਜੀ 13 ਦੀ ਸਕੁਆਇਰ। ਕਿਸੇ ਨੇ ਵੀ 169 ਆਨਸਰ ਨਹੀਂ ਲਗਾਉਣਾ, ਤਾਂ h ਦੀ ਸਕੁਆਇਰ ਇਹ ਕੱਟ ਗਿਆ ਜੀ, ਤਾਂ 13 ਦੀ ਕਿਹਦੀ ਵੈਲਿਊ ਆ ਗਈ, h ਦੀ ਵੈਲਿਊ ਆ ਗਈ। ਤਾਂ h ਦੀ ਵੈਲਿਊ ਕਿੰਨੀ ਹੈ 13। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਇਹ 15-20 ਦਿਨ ਦੇ ਵਿੱਚ ਉਹੀ ਬੰਦਾ ਸਿਲੇਬਸ ਕਰੂਗਾ ਜਿਹਨੇ ਥੋੜਾ ਬਹੁਤ ਆਪਣਾ ਦਿਮਾਗ ਖੋਲਿਆ ਹੋਇਆ। ਜੇ ਤੁਸੀਂ ਕਹੋ ਕਿ ਤੁਹਾਨੂੰ ਹੁਣ ਤੱਕ ਕਾਂਸਟੇਬਲ ਬਾਰੇ ਐਂ ਨਹੀਂ ਪਤਾ ਕਿ ਕਾਂਸਟੇਬਲ ਦੀ ਫੀਸ ਕਿੰਨੀ ਸੀ, ਜਾਂ ਤੁਹਾਨੂੰ ਐਂ ਨਹੀਂ ਪਤਾ ਕਾਂਸਟੇਬਲ ਦਾ ਪੇਪਰ ਅਗਸਤ 'ਚ ਹੈ, ਉਹ ਇਹ ਕੋਰਸ ਨਾ ਲਿਓ। ਇਹ ਇੱਕ ਰਿਵੀਜ਼ਨ ਦੀ ਤਰ੍ਹਾਂ ਇਹਨੂੰ ਮੰਨ ਕੇ ਚੱਲਿਓ ਕਿ ਸਾਰੀ ਦੀ ਸਾਰੀ ਰੀਜ਼ਨਿੰਗ ਰਿਵੀਜ਼ਨ ਹੋ ਜੂਗੀ। ਠੀਕ ਹੈ ਨਾ, ਸਾਰੇ ਦੇ ਸਾਰੇ A to Z ਤੱਕ ਸਾਰੀ ਟਾਈਪ ਦੇ ਕੁਐਸਚਨ ਮੈਂ ਕਰਵਾਉਂਗਾ ਰੀਜ਼ਨਿੰਗ ਦੇ। ਠੀਕ ਹੈ, ਜਿਹੜੇ 15-20 ਦਿਨ ਰਹਿ ਗਏ, ਅੱਜ ਆਈ ਥਿੰਕ 10-11 ਤਰੀਕ ਹੈ, ਮੈਨੂੰ ਪਤਾ ਨਹੀਂ। ਸੋ ਇਹ 15-20 ਦਿਨ ਦੇ ਵਿੱਚ ਰੀਜ਼ਨਿੰਗ ਤੇ ਪੰਜਾਬੀ ਦੋਨੇ ਦੇ ਤੁਹਾਨੂੰ ਮੈਂ ਕਰਵਾਉਂਗਾ। ਓਕੇ, ਪੜ੍ਹਨਾ ਤੁਹਾਨੂੰ ਹੈ, ਕਰਾਉਣਾ ਮੈਨੇ ਹੈ। ਰੀਜ਼ਨਿੰਗ ਤੇ ਪੰਜਾਬੀ ਦੀ ਗਾਰੰਟੀ ਮੇਰੀ ਹੈ। ਇੱਕ ਬੱਚਾ ਕਿੱਧਰ ਗਿਆ, ਇਹ ਚਾਈਲਡ 90 ਮੀਟਰ ਕਿੱਧਰ ਗਿਆ ਜੀ, ਉਹ ਈਸਟ ਵਾਲੇ ਪਾਸੇ। ਠੀਕ ਹੈ, 90 ਮੀਟਰ ਕਿੱਧਰ ਗਿਆ, ਉਹ ਈਸਟ ਵਾਲੇ ਪਾਸੇ ਗਿਆ। ਠੀਕ ਹੈ ਜੀ, ਉਹ ਤੋਂ ਬਾਅਦ ਆਪਣੇ ਪਿਤਾ ਨੂੰ ਲੱਭਣ ਗਿਆ, ਤੇ ਉਹ ਤੋਂ ਬਾਅਦ ਉਹ ਕਿੱਧਰ ਮੁੜਿਆ, ਸੱਜੇ ਮੁੜਿਆ ਤੇ 20 ਮੀਟਰ ਗਿਆ। ਸੱਜੇ ਮੁੜਿਆ ਤੇ ਕਿੰਨਾ ਗਿਆ 20 ਮੀਟਰ ਗਿਆ। ਉਹ ਤੋਂ ਬਾਅਦ ਉਹ ਫੇਰ ਸੱਜੇ ਮੁੜਿਆ ਤੇ ਕਿੰਨਾ ਗਿਆ 30 ਮੀਟਰ ਗਿਆ। ਫੇਰ ਸੱਜੇ ਮੁੜਿਆ ਤੇ ਕਿੰਨਾ ਗਿਆ 30 ਗਿਆ। ਹੁਣ 90 ਤੋਂ ਛੋਟਾ ਹੁੰਦਾ ਤਾਂ ਆਪਾਂ ਨੇ ਉਰੇ ਹੀ ਲਿਖਤਾ 30। ਠੀਕ ਹੈ, ਉਹ ਤੋਂ ਬਾਅਦ ਉਹ ਆਪਣੇ ਅੰਕਲ ਦੇ ਕੋਲ ਘਰੇ ਗਿਆ, ਪਰ ਹਿਸ ਫਾਦਰ ਵਾਜ਼ ਨਾਟ ਦੇਅਰ, ਪਰ ਉਹਦਾ ਪਿਤਾ ਉੱਥੇ ਨਹੀਂ ਸੀ। ਫਰੋਮ ਦੇਅਰ ਹੀ ਵੈਂਟ 100 ਮੀਟਰ ਟੂ ਹਿਸ ਨਾਰਥ, ਉਹ ਤੋਂ ਬਾਅਦ ਆਪਣੇ ਨਾਰਥ ਵੱਲ ਕਿੰਨਾ ਗਿਆ 100 ਮੀਟਰ। ਹੁਣ ਇਹਦਾ ਨਾਰਥ ਉੱਪਰ ਨੂੰ ਹੋਊਗਾ ਜੀ, ਆਪਣੇ ਨਾਰਥ ਵੱਲ ਕਿੰਨਾ ਗਿਆ ਉਹ 100 ਮੀਟਰ। ਤਾਂ ਇਹ ਪੂਰੇ ਦਾ ਪੂਰਾ 100 ਹੈ, ਇਹ ਪੂਰੇ ਦਾ ਪੂਰਾ 100 ਮੀਟਰ ਹੈ। ਉੱਥੇ ਉਹਨੂੰ ਉਹਦਾ ਪਿਤਾ ਜੀ ਮਿਲ ਗਏ। ਹਾਊ ਫਾਰ ਡਿਡ ਹੀ ਮੀਟ ਹਿਸ ਫਾਦਰ ਫਰੋਮ ਦਾ ਸਟਾਰਟਿੰਗ ਪੁਆਇੰਟ, ਆ ਸਟਾਰਟਿੰਗ ਪੁਆਇੰਟ ਸੀ, ਆ ਉਹਦਾ ਪਿਤਾ ਮਿਲਿਆ। ਇੰਨੀ ਦੂਰੀ ਉਹਨੇ ਕੀ ਕਰ ਲਈ, ਤੈਅ ਕਰ ਲਈ। ਤਾਂ ਉਹਨੇ ਇਹ ਪੁੱਛਿਆ ਕਿ ਇਹ ਦੂਰੀ ਕਿੰਨੀ ਹੈ। ਹੁਣ ਮੇਰੀ ਗੱਲ ਧਿਆਨ ਨਾਲ ਸਮਝੋ, ਜੇ ਆਹ ਕੁਐਸਚਨ ਆ ਕਿੰਨਾ ਸੀ 90, ਆ ਕਿੰਨਾ ਸੀ 30, ਜੇ ਮੈਂ ਆ 90 ਦੇ ਵਿੱਚੋਂ 30 ਕੱਢਦਾ ਤਾਂ ਮੇਰੇ ਕੋਲ ਪਿੱਛੇ ਸਿਰਫ ਇੰਨਾ ਕੀ ਬਚ ਗਿਆ 60 ਬਚ ਗਿਆ, ਇੰਨਾ 60 ਬਚ ਗਿਆ। ਆ ਕਿੰਨਾ ਸੀ ਮੇਰੇ ਕੋਲ ਪੂਰੇ ਦਾ ਪੂਰਾ 100, ਆ ਕਿੰਨਾ ਹੈ 20, ਜੇ ਮੈਂ 100 ਦੇ ਵਿੱਚੋਂ 20 ਕੱਢਦਾ ਤਾਂ ਉੱਪਰ ਜਿਹੜਾ ਆ ਲਾਈਨ ਤੋਂ ਉੱਪਰ ਉੱਪਰ ਹੈ, ਇਹ ਮੇਰੇ ਕੋਲ ਕਿੰਨਾ ਬਚ ਗਿਆ 100 ਦੇ ਵਿੱਚੋਂ 20 ਗਏ 80 ਬਚ ਗਿਆ। ਆ ਮੈਨੇ ਕੀ ਕਰਨਾ ਹੈ ਪਤਾ ਕਰਨਾ। ਤਾਂ ਜਦੋਂ ਇਹ ਤੇ ਪਾਈਥਾਗੋਰਸ ਲਗਾਉਂਗੇ ਤਾਂ 60 ਦੀ ਸਕੁਆਇਰ ਪਲੱਸ 80 ਦੀ ਸਕੁਆਇਰ ਇਜ਼ ਇਕੁਅਲ ਟੂ h ਦੀ ਸਕੁਆਇਰ। 60 ਛਿਕਮ ਛਿੱਕੀ 3600, ਠੀਕ ਹੈ ਜੀ, ਪਲੱਸ 8 ਵਾਟੀ 6400 ਇਜ਼ ਇਕੁਅਲ ਟੂ h ਦੀ ਸਕੁਆਇਰ। 6400 ਤੇ 3600 ਕਿੰਨਾ ਹੋ ਗਿਆ 10,000 h ਦੀ ਸਕੁਆਇਰ, ਤੇ 10,000 ਕਿਹਦਾ ਸਕੁਆਇਰ ਹੁੰਦਾ ਹੈ 100 ਦਾ ਸਕੁਆਇਰ ਹੁੰਦਾ ਜੀ। ਤਾਂ h ਦੀ ਵੈਲਿਊ ਕਿੰਨੀ ਆ ਗਈ 100 ਆ ਗਈ। ਠੀਕ ਹੈ ਜੀ, ਤਾਂ h ਦੀ ਵੈਲਿਊ ਕਿੰਨੀ ਆ ਗਈ 100। ਇਹਦਾ ਮਤਲਬ ਕੀ ਆ ਦੂਰੀ ਕਿੰਨੀ ਹੈ ਜੀ 100 ਮੀਟਰ। ਪਾਈਥਾਗੋਰਸ ਬਹੁਤ ਈਜ਼ੀ ਹੈ। ਸ਼ਾਮ ਵਾਕ 5 ਕਿਲੋਮੀਟਰ ਟੁਵਾਰਡ ਈਸਟ, ਸ਼ਾਮ ਕਿੱਧਰ ਗਿਆ ਜੀ 5 ਕਿਲੋਮੀਟਰ ਈਸਟ ਵੱਲ ਗਿਆ। 5 ਕਿਲੋਮੀਟਰ ਕਿੱਧਰ ਗਿਆ ਈਸਟ ਵੱਲ ਗਿਆ। ਉਹ ਤੋਂ ਬਾਅਦ ਉਹ ਆਪਣੇ ਖੱਬੇ ਮੁੜਿਆ ਤੇ ਕਿੰਨਾ ਗਿਆ 6 ਕਿਲੋਮੀਟਰ ਗਿਆ। ਅਗੇਨ ਹੀ ਟਰਨਡ ਰਾਈਟ ਤੇ 9 ਕਿਲੋਮੀਟਰ ਗਿਆ। ਸੱਜੇ ਮੁੜਿਆ ਤੇ ਕਿੰਨਾ ਗਿਆ 9 ਕਿਲੋਮੀਟਰ ਗਿਆ। ਫਾਈਨਲੀ ਹੀ ਟਰਨ ਟੂ ਹਿਜ਼ ਰਾਈਟ ਐਂਡ 6 ਕਿਲੋਮੀਟਰ। ਉਹ ਤੋਂ ਬਾਅਦ ਫੇਰ 6 ਕਿਲੋਮੀਟਰ ਆ ਗਿਆ। ਜੇ ਆ 6 ਹੈ ਤਾਂ ਆ ਵੀ 6 ਹੋਊਗਾ। ਆ ਟੋਟਲ ਡਿਸਟੈਂਸ ਆਪਣੇ ਮਤਲਬ ਦਾ ਪਤਾ ਕਰਨਾ। ਹਾਊ ਫਾਰ ਹੀ ਇਜ਼ ਫਰੋਮ ਸਟਾਰਟਿੰਗ ਪੁਆਇੰਟ, ਤਾਂ ਸਟਾਰਟਿੰਗ ਪੁਆਇੰਟ ਤੋਂ ਕਿੰਨੀ ਦੂਰ ਹੈ। ਆ ਕਿੰਨਾ ਸੀਗਾ ਸੌਰੀ 9 ਹੈ ਜੀ, ਆ ਉੱਪਰ 9 ਸੀ ਤਾਂ ਆ ਵੀ 9 ਹੋਊਗਾ। ਆ 9 ਹੈ ਤਾਂ 9 ਹੋਊਗਾ। ਆ 5 ਹੈ, 9 ਤੇ 5 14, ਤਾਂ ਆਂਸਰ ਕਿੰਨਾ ਆ ਗਈ 14। ਪਹਿਲਾਂ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ, ਆ ਕਿੰਨਾ ਸੀ 5, ਆ ਕਿੰਨਾ ਸੀ 9, ਆ ਕਿੰਨਾ ਸੀ 6। ਜੇ ਆ 6 ਹੈ ਤਾਂ ਆ ਵੀ ਕਿੰਨਾ ਹੋਊਗਾ ਜੀ, ਸੌਰੀ ਆ 9 ਹੈ ਤਾਂ ਆ ਵੀ ਕਿੰਨਾ ਹੋਊਗਾ 9, 9 ਤੇ 5 ਕਿੰਨੇ ਹੁੰਦੇ ਨੇ ਜੀ 14। ਇਹ ਕੀ ਆ ਗਿਆ ਆਪਣਾ ਆਂਸਰ। ਸੋ ਇੱਥੇ ਤੱਕ ਮੈਨੂੰ ਲੱਗਦਾ ਕਿ ਅੱਜ ਲਈ ਬਹੁਤ ਹੈ। ਠੀਕ ਹੈ, ਸੋ ਮੈਂ ਉਮੀਦ ਕਰ ਰਿਹਾ ਕਿ ਆਹ ਲੈਕਚਰ ਤੁਹਾਨੂੰ ਪਸੰਦ ਆਇਆ ਹੋਊਗਾ। ਮੈਂ ਬਾਰ-ਬਾਰ ਕਹਿਣਾ ਇਹ ਇੱਕ ਪੇਡ ਕੋਰਸ ਹੈ, ਇਹ ਇੱਕ ਪੇਡ ਕੋਰਸ ਹੈ। ਜਿਹਨੇ ਵੀ ਇਹ ਕੋਰਸ ਲੈਣਾ, ਜਿਹਦੇ ਵਿੱਚ ਰੀਜ਼ਨਿੰਗ ਪਲੱਸ ਪੰਜਾਬੀ ਤੁਹਾਨੂੰ ਕਰਵਾਈ ਜਾਊਗੀ ਪੂਰੀ ਜ਼ੀਰੋ ਤੋਂ ਲੈ ਕੇ ਐਂਡ ਤੱਕ। ਠੀਕ ਹੈ, ਸੋ ਇਹ ਕੋਰਸ ਤੇ ਇਨਰੋਲ ਕਰ ਸਕਦਾ ਹੈ। ਹਾਂਜੀ, ਹੁਣ ਤੁਸੀਂ ਸਾਰੇ ਸੋਚ ਰਹੇ ਹੋਗੇ ਇਹਦਾ ਪ੍ਰਾਈਸ
ਕੀ ਹੈ। ਇਹਦਾ ਪ੍ਰਾਈਸ ਕੁਝ ਨਹੀਂ ਜੀ, ਇਹਦਾ ਪ੍ਰਾਈਸ ਸਿਰਫ 199 ਹੈ। ਹਾਂਜੀ, ਇਹਦਾ ਪ੍ਰਾਈਸ ਕੀ ਹੈ, ਸਿਰਫ 199, ਜਿਹਦੇ ਵਿੱਚ ਰੀਜ਼ਨਿੰਗ ਪਲੱਸ ਪੰਜਾਬੀ ਤੁਹਾਨੂੰ ਮਿਲ ਰਿਹਾ, ਠੀਕ ਹੈ ਜੀ, ਵਿਦ ਰੀਜ਼ਨਿੰਗ ਦੇ ਸਾਰੇ ਨੋਟਸ ਜੋ ਵੀ ਕਾਂਸਟੇਬਲ ਦੇ ਵਿੱਚ ਆਣੇ ਨੇ, ਅਤੇ ਪੰਜਾਬੀ ਦੇ ਨੋਟਸ, ਠੀਕ ਹੈ। ਪੰਜਾਬੀ ਜਿਹੜੀ ਗ੍ਰਾਮਰ ਹੈ ਉਹਦੇ ਤੁਹਾਨੂੰ ਨੋਟਸ ਮਿਲਣਗੇ ਤੇ ਮੇਰੇ ਵੱਲੋਂ ਕਰਾਏ ਜਾਣਗੇ, ਠੀਕ ਹੈ। ਸੋ ਜਿਹਨੇ ਵੀ ਇਹ ਕੋਰਸ ਲੈਣਾ ਹੈ ਸਾਨੂੰ ਗੂਗਲ ਪੇ ਕਰ ਸਕਦਾ ਹੈ, 199 ਓਨਲੀ, ਠੀਕ ਹੈ। ਕਾਂਸਟੇਬਲ ਤੋਂ ਪਹਿਲਾਂ ਪਹਿਲਾਂ ਕਰਾਊਂਗਾ, ਇਹ ਮੇਰੀ ਗਾਰੰਟੀ ਹੈ। ਥੈਂਕ ਯੂ ਵੈਰੀ ਮਚ।